ਤਾਂ ਜਿਹੜੇ ਮੁੱਦੇ ਸੀਗੇ ਇਕੱਲੇ ਵਿਦਿਆਰਥੀਆਂ ਦੇ ਨਾਲ ਨਹੀਂ ਸੀਗੇ, ਤੱਕ ਸੀਮਿਤ ਨਹੀਂ ਸੀਗੇ, ਜਿਹੜੇ ਸਾਡੇ ਸੁਸਾਇਟੀ ਦੇ ਵਿੱਚ ਹੋ ਰਹੇ ਸੀ। ਸ਼ਾਇਦ ਉਹ ਲੀਡਰਸ਼ਿਪ ਕ੍ਰਾਈਸਿਸ ਬਾਰੇ ਮੈਂ ਪਹਿਲਾਂ ਸ਼ੁਰੂ ਕਰਨਾ ਚਾਹੂੰਗੀ। ਜਿੰਨੇ ਵੀ ਬੱਚੇ ਨੇ ਉਹ ਸਾਰੇ ਬਾਹਰ ਨੂੰ ਤੁਰ ਰਹੇ ਨੇ। ਕਿਉਂ ਤੁਰ ਰਹੇ ਨੇ? ਨਾਲੇ ਉਹ ਵੀ ਚਲੋ ਜਿਨ੍ਹਾਂ ਨੂੰ ਲੋੜ ਹੈ ਉਹ ਤਾਂ ਜਾ ਹੀ ਰਹੇ ਨੇ, ਪਰ ਜਿਹੜੇ ਫਾਈਨੈਂਸ਼ੀਅਲੀ ਵੀ ਸਟਰੋਂਗ ਨੇ ਪਿੱਛੋਂ ਦੀ, ਉਹ ਬਾਹਰ ਜਾ ਕੇ ਵੀ ਲੇਬਰਾਂ ਕਰ ਰਹੇ ਨੇ। एक बहुत ਵੱਡਾ ਮੁੱਦਾ ਹੈ ਜੋ ਸਾਨੂੰ ਅੱਗੇ ਜਾ ਕੇ ਕਰਨਾ ਚਾਹੀਦਾ, ਕਿਉਂਕਿ ਜਿਹੜਾ ਸਾਡਾ ਪ੍ਰੈਜ਼ੈਂਟ ਫਿਊਚਰ ਹੈਗਾ, ਜਿਹੜਾ ਸਾਡਾ ਫਿਊਚਰ ਹੈ ਉਹ ਸਾਡੀ ਜਵਾਨੀ ਤੈਅ ਕਰਦੀ ਹੈ। ਬਿਲਕੁਲ। ਤੇ ਉਹ ਜਿਹੜਾ ਮੁੱਦਾ ਹੈ, ਇਹ ਸਾਰੀ ਯੂਨੀਵਰਸਿਟੀ ਦੇ ਉੱਤੇ ਗੱਲ ਆਉਂਦੀ ਹੈ ਕਿ ਜਿਹੜੇ ਇੱਥੇ ਸਟੂਡੈਂਟਸ ਨੇ ਇਹਨਾਂ ਨੂੰ ਕੀ ਇਸ਼ੂ ਆ ਰਹੇ ਨੇ। ਸਾਡੇ ਇੱਥੇ ਇੰਪਲੋਇਮੈਂਟ ਰੇਟ ਘਟ ਰਹੀ ਹੈ। ਕਿਉਂ ਘਟ ਰਹੀ ਹੈ? ਕਿਉਂਕਿ ਜਿਹੜੇ ਸਾਡੇ ਇੱਥੇ ਡਿਗਰੀ ਸਾਨੂੰ ਜਿਹੜੀਆਂ ਮਿਲ ਰਹੀਆਂ ਨੇ, ਉੱਥੇ ਇੰਟਰਨਸ਼ਿਪਸ ਪਲੇਸਮੈਂਟ ਸੈਲ ਬਹੁਤ ਘੱਟ ਹੈ। ਤੇ ਈਵਨ ਜਿਹੜੇ ਕੰਪਿਊਟਰ ਸਿਸਟਮ ਨੇ, ਜਿਹੜਾ ਡਿਜੀਟਲ ਸਿਸਟਮ ਪ੍ਰੋਵਾਈਡ ਕੀਤਾ ਜਾ ਰਿਹਾ ਲਾਇਬ੍ਰੇਰੀ 'ਚ, ਉਹ ਵੀ ਚੇਂਜ ਕਰਨ ਦੀ ਬਹੁਤ ਲੋੜ ਹੈ। ਬੱਚੇ ਇੱਥੇ ਪੈਸੇ ਜਿੰਨਾ ਦੇ ਰਹੇ ਨੇ ਉਸ ਦੇ ਹਿਸਾਬ ਨਾਲ ਜਿਹੜੀ ਮੋਬਾਈਲ ਤੇ ਇੰਟਰਨੈਟ ਕਨੈਕਟੀਵਿਟੀ ਉਹ ਬਹੁਤ ਜ਼ਿਆਦਾ ਫੇਸ ਹੁੰਦੀ ਹੈ। ਤੇ ਮੈਨੂੰ ਐ ਲੱਗਿਆ ਕਿ ਜੇ ਮੈਂ ਡੈਂਟਲ ਤੇ ਮੈਡੀਕਲ ਕਾਲਜ, ਜਿਹੜਾ ਮੇਰਾ ਡੈਂਟਲ ਕਾਲਜ ਡਿਪਾਰਟਮੈਂਟ ਹੈ ਇੱਥੇ, ਤੇ ਮੈਂ ਬਾਕੀ ਮੈਡੀਕਲ ਤੇ ਡੈਂਟਲ ਕਾਲਜਸ ਨਾਲ ਦੇਖਦੀ, ਮੈਂ ਸੋਚਦੀ ਮੈਨੂੰ ਇੱਥੇ ਕੀ ਵੱਖਰਾ ਮਿਲਿਆ ਇਸ ਯੂਨੀਵਰਸਿਟੀ 'ਚ ਆ ਕੇ। ਆਹੀ ਆ, ਉੱਥੇ ਕੋਈ ਸਟੂਡੈਂਟ ਇਲੈਕਸ਼ਨਸ ਦਾ ਮੌਕਾ ਨਹੀਂ ਮਿਲਦਾ, ਸਟੂਡੈਂਟ ਪੋਲਿਟਿਕਸ ਦਾ ਮੌਕਾ ਨਹੀਂ ਮਿਲਦਾ, ਉੱਥੇ ਕੋਈ ਸਟੂਡੈਂਟ ਆਰਗੇਨਾਈਜੇਸ਼ਨਸ ਨਹੀਂ ਹੈ। ਇੱਥੇ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਹੈ। ਮੈਂ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਰਣਮੀਕ ਐਵੇਂ ਅਸੀਂ ਤੁਹਾਨੂੰ ਨੋਮੀਨੇਟ ਕੀਤਾ ਹੈ, ਤੁਸੀਂ ਕੀ ਕਰਨਾ ਚਾਹੋਗੇ, ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਆਹੀ ਗੱਲ ਸੀ ਕਿ ਮੈਂ ਮੰਮਾ ਪਾਪਾ ਨੂੰ ਕਿਵੇਂ ਮਨਾਵਾਂਗੀ। ਕਿਉਂਕਿ ਸਾਨੂੰ ਪਤਾ ਹੈ ਕਿ 70 to 80% ਕੁੜੀਆਂ ਹੈਗੀਆਂ ਨੇ ਯੂਨੀਵਰਸਿਟੀ ਦੇ ਵਿੱਚ। ਉਸ ਦੇ ਬਾਵਜੂਦ ਵੀ ਜਦੋਂ ਪਾਵਰ ਦੇਣ ਦੀ ਗੱਲ ਆਉਂਦੀ ਹੈ, ਮੁੰਡਿਆਂ ਨੂੰ ਅੱਗੇ ਕੀਤਾ ਜਾਂਦਾ ਹੈ। ਇਹ ਕੁਐਸਚਨ ਪੁੱਟ ਕੀਤਾ ਜਾਂਦਾ ਹੈ ਕਿ ਕੀ ਕੁੜੀ ਮੁੰਡਿਆਂ ਦੀ ਇੱਕ ਮਸਕੂਲਰ એનર્ਜੀ ਨੂੰ ਮੈਚ ਕਰਕੇ ਦਿਖਾ ਸਕਦੀ ਹੈ? ਜਦੋਂ ਹੋਸਟਲ ਦੇ ਵਿੱਚ ਅਸੀਂ ਗਰਲਸ ਹੋਸਟਲ ਦੀਆਂ ਕੁੜੀਆਂ ਦੇ ਬਾਰੇ ਗੱਲ ਕਰਦੇ ਹਾਂ, ਬਾਹਰ ਮੁੰਡਿਆਂ ਦੀ ਗੱਡੀਆਂ ਦੇ ਵਿੱਚ ਲਾਈਨਾਂ ਤੋਂ ਲਾਈਨਾਂ ਲੱਗੀਆਂ ਹੁੰਦੀਆਂ ਨੇ। ਬਾਹਰ ਮੁੰਡੇ ਖੜੇ ਹੁੰਦੇ ਨੇ, ਉਹਨਾਂ ਨੂੰ ਹੋਸਟਲ ਦੇ ਅੰਦਰ ਕੈਂਪੇਨਿੰਗ ਅਲਾਉਡ ਨਹੀਂ ਹੁੰਦੀ, ਪਰ ਬਾਹਰ ਖੜੇ ਹੁੰਦੇ ਨੇ। ਤੁਸੀਂ ਕੁੜੀਆਂ ਨੂੰ ਚਾਕਲੇਟਸ ਦਿੰਦੇ ਹੋ, ਬਿਊਟੀ ਪਾਰਲਰ ਦੇ ਪੈਂਫਲੇਟਸ ਤੱਕ ਵੰਡ ਦਿੰਦੇ ਹੋ, ਕੂਪਨ ਤੱਕ ਵੰਡ ਦਿੰਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋਏ ਹੋ ਔਨ ਪੁਆਇੰਟ ਨਾਲ। ਮੈਂ ਹਰਜਿੰਦਰ ਸਿੱਧੂ। ਜਿਵੇਂ ਕਿ ਤੁਹਾਨੂੰ ਪਤਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈਗਾ। ਸਾਰੀਆਂ ਜਥੇਬੰਦੀਆਂ ਆਪੋ ਆਪਣਾ ਪੂਰਾ ਜ਼ੋਰ ਲਾ ਰਹੀਆਂ ਨੇ ਵੀ ਕਿਵੇਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਅਸੀਂ ਆਪਣੇ ਉਮੀਦਵਾਰਾਂ ਨੂੰ ਜਿੱਤ ਵੱਲ ਲੈ ਕੇ ਜਾਈਏ। ਜਿੱਥੇ ਮੁੰਡੇ ਮੈਦਾਨ ਦੇ ਵਿੱਚ ਡਟੇ ਹੋਏ ਨੇ, ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ, ਕਿਉਂਕਿ ਪਿਛਲੇ 1-2 ਸਾਲ ਪਿੱਛੇ ਪਹਿਲਾਂ ਵੀ ਇੱਥੇ ਕੁੜੀ ਪ੍ਰੈਜ਼ੀਡੈਂਟ ਬਣੀ ਸੀ, ਤੇ ਹੁਣ ਵੀ ਕੁੜੀਆਂ ਪ੍ਰਧਾਨਗੀ ਔਰ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਮੈਦਾਨ ਦੇ ਵਿੱਚ ਨੇ। ਰਣਮੀਕਜੋਤ ਕੌਰ ਇੱਥੋਂ ਦੇ ਇੱਕ ਵਿਦਿਆਰਥਣ ਹੈ ਡੈਂਟਲ ਡਿਪਾਰਟਮੈਂਟ ਦੇ, ਉਹ ਵੀ ਵਾਈਸ ਪ੍ਰੈਜ਼ੀਡੈਂਟ ਲਈ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਰਾਜੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੱਥ ਵੱਲੋਂ ਤੁਸੀਂ ਉਮੀਦਵਾਰ ਹੋ, ਬਹੁਤ ਸੋਹਣਾ ਨਾਮ ਆ ਸੱਥ। ਆਪਣੀ ਪਿੰਡਾਂ ਦੀ ਸੱਥ ਹੁੰਦੀ ਹੈ, ਹਨਾ, ਜਿੱਥੇ ਬਹਿ ਕੇ ਪਿੰਡ ਦੇ ਚਰਚਾ ਮੁੱਦੇ ਸਾਰੀ ਪੜਾਸ ਕੱਢੀ ਜਾਂਦੀ ਹੈ, ਹਨਾ। ਤੇ ਤੁਹਾਨੂੰ ਸੱਥ ਨਾਲ ਜੁੜੇ ਹੋਏ ਕਿੰਨਾ ਟਾਈਮ ਹੋ ਗਿਆ? ਮੈਂ ਪਿਛਲੇ ਸਾਲ ਹੀ ਯੂਨੀਵਰਸਿਟੀ ਵਿੱਚ ਆਈ ਹਾਂ, ਤੇ ਜਿਸ ਸਾਲ ਮੈਂ ਯੂਨੀਵਰਸਿਟੀ ਦੇ ਵਿੱਚ ਆਈ ਸੀਗੀ ਤਾਂ ਮੈਨੂੰ ਇਸ ਆਰਗੇਨਾਈਜੇਸ਼ਨ ਬਾਰੇ ਪਤਾ ਚੱਲਿਆ, ਕਿਉਂਕਿ 2017-18 ਦੇ ਵਿੱਚ ਇੱਕ ਡਿਸਕਸ਼ਨ ਗਰੁੱਪ ਸੀ, 2019 ਦੇ ਵਿੱਚ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਬਣਿਆ, ਤੇ ਪਿਛਲੇ ਸਾਲ ਜਦੋਂ ਇਲੈਕਸ਼ਨਸ ਦਾ ਟਾਈਮ ਸੀ ਉਸ ਤੋਂ ਪਹਿਲਾਂ ਮੈਨੂੰ ਇਹਨਾਂ ਬਾਰੇ ਪਤਾ ਚੱਲਿਆ। ਮੈਂ ਇਹਨਾਂ ਦੇ ਜਿਹੜਾ ਇੰਸਟਾਗ੍ਰਾਮ ਪੇਜ ਸੀਗਾ, ਇਹਨੂੰ ਰੈਫਰ ਕੀਤਾ, ਇਸ ਦੇ ਬਾਰੇ ਪੜ੍ਹਿਆ, ਤਾਂ ਉਸ ਤੋਂ ਬਾਅਦ ਤੋਂ ਹੀ ਮੈਂ ਕੰਮ ਕਰ ਰਹੀ ਹਾਂ ਐਕਟਿਵਲੀ ਇਹਨਾਂ ਨਾਲ ਰਲ ਮਿਲ ਕੇ। ਪਹਿਲਾਂ ਡਿਸਕਸ਼ਨਸ ਕਰਦੇ ਹੁੰਦੇ ਸੀਗੇ? ਹਾਂਜੀ, ਬਿਲਕੁਲ। ਕਿਹੜੇ ਮੁੱਦੇ ਹੁੰਦੇ ਸੀ ਵਿਦਿਆਰਥੀਆਂ ਦੇ ਜਿਹੜੇ ਡਿਸਕਸ਼ਨ 'ਚ ਲਿਆਂਦੇ ਜਾਂਦੇ ਸੀ ਉਦੋਂ? ਦੇਖੋ, ਮੈਨੂੰ ਐਂ ਲੱਗਦਾ ਕਿ ਜਿਹੜੇ ਵਿਦਿਆਰਥੀ ਨੇ, ਐਟ ਦੀ ਐਂਡ ਆਫ ਦ ਡੇ ਅਸੀਂ ਇੱਕ ਸੁਸਾਇਟੀ ਦਾ ਪਾਰਟ ਹਾਂ, ਤੇ ਯੂਨੀਵਰਸਿਟੀ ਇੱਕ ਸੈਂਟਰਿਕ ਰੀਜਨ ਹੈ ਨਾਰਥ ਇੰਡੀਆ ਦੀ, ਜਿੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਡਾਈਵਰਸਿਟੀ ਹੈ। ਡਾਈਵਰਸ ਪ੍ਰੋਫੈਸ਼ਨ, ਡਾਈਵਰਸ ਡਿਪਾਰਟਮੈਂਟ, ਡਾਈਵਰਸ ਕਮਿਊਨਿਟੀ, ਡਾਈਵਰਸ ਸਟੇਟਸ। ਤਾਂ ਜਿਹੜੇ ਮੁੱਦੇ ਸੀਗੇ ਇਕੱਲੇ ਵਿਦਿਆਰਥੀਆਂ ਦੇ ਨਾਲ ਨਹੀਂ ਸੀਗੇ, ਤੱਕ ਸੀਮਿਤ ਨਹੀਂ ਸੀਗੇ, ਜਿਹੜੇ ਸਾਡੇ ਸੁਸਾਇਟੀ ਦੇ ਵਿੱਚ ਹੋ ਰਹੇ ਸੀ। ਸ਼ਾਇਦ ਉਹ ਲੀਡਰਸ਼ਿਪ ਕ੍ਰਾਈਸਿਸ ਬਾਰੇ ਮੈਂ ਪਹਿਲਾਂ ਸ਼ੁਰੂ ਕਰਨਾ ਚਾਹੂੰਗੀ, ਕਿਉਂਕਿ ਬਹੁਤ ਵੱਡੀ ਨੇਸ਼ਨ ਨੂੰ ਇੱਕ ਅੱਜ ਕੱਲ੍ਹ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਹੈ ਆਪਣੇ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਵਿੱਚ। ਜਿੰਨੇ ਵੀ ਬੱਚੇ ਨੇ ਉਹ ਸਾਰੇ ਬਾਹਰ ਨੂੰ ਤੁਰ ਰਹੇ ਨੇ। ਕਿਉਂ ਤੁਰ ਰਹੇ ਨੇ? ਨਾਲੇ ਉਹ ਵੀ ਚਲੋ ਜਿਨ੍ਹਾਂ ਨੂੰ ਲੋੜ ਹੈ ਉਹ ਤਾਂ ਜਾ ਹੀ ਰਹੇ ਨੇ, ਪਰ ਜਿਹੜੇ ਫਾਈਨੈਂਸ਼ੀਅਲੀ ਵੀ ਸਟਰੋਂਗ ਨੇ ਪਿੱਛੋਂ ਦੀ, ਉਹ ਬਾਹਰ ਜਾ ਕੇ ਵੀ ਲੇਬਰਾਂ ਕਰ ਰਹੇ ਨੇ। ਬਿਲਕੁਲ। ਇੱਕ ਬਹੁਤ ਵੱਡਾ ਮੁੱਦਾ ਹੈ ਜੋ ਸਾਨੂੰ ਅੱਗੇ ਜਾ ਕੇ ਕਰਨਾ ਚਾਹੀਦਾ, ਕਿਉਂਕਿ ਜਿਹੜਾ ਸਾਡਾ ਪ੍ਰੈਜ਼ੈਂਟ ਫਿਊਚਰ ਹੈਗਾ, ਜਿਹੜਾ ਸਾਡਾ ਫਿਊਚਰ ਹੈ ਉਹ ਸਾਡੀ ਜਵਾਨੀ ਤੈਅ ਕਰਦੀ ਹੈ। ਬਿਲਕੁਲ। ਤੇ ਉਹ ਜਿਹੜਾ ਮੁੱਦਾ ਹੈ, ਇਹ ਸਾਰੀ ਯੂਨੀਵਰਸਿਟੀ ਦੇ ਉੱਤੇ ਗੱਲ ਆਉਂਦੀ ਹੈ ਕਿ ਜਿਹੜੇ ਇੱਥੇ ਸਟੂਡੈਂਟਸ ਨੇ ਇਹਨਾਂ ਨੂੰ ਕੀ ਇਸ਼ੂ ਆ ਰਹੇ ਨੇ। ਸਾਡੇ ਇੱਥੇ ਇੰਪਲੋਇਮੈਂਟ ਰੇਟ
ਘਟ ਰਹੀ ਹੈ। ਕਿਉਂ ਘਟ ਰਹੀ ਹੈ? ਕਿਉਂਕਿ ਜਿਹੜੇ ਸਾਡੇ ਇੱਥੇ ਡਿਗਰੀ ਸਾਨੂੰ ਜਿਹੜੀਆਂ ਮਿਲ ਰਹੀਆਂ ਨੇ ਉੱਥੇ ਇੰਟਰਨਸ਼ਿਪਸ ਪਲੇਸਮੈਂਟ ਸੈੱਲ ਬਹੁਤ ਘੱਟ ਹੈ। ਮੇਜਰ ਮੁੱਦਾ ਹਮੇਸ਼ਾ ਹੀ ਹੁੰਦਾ ਇੱਕ ਸਟੂਡੈਂਟ ਦਾ ਕਿ ਉਹ ਯੂਨੀਵਰਸਿਟੀ 'ਚ ਆਇਆ ਹੈ, ਉਹ ਇੱਕ ਚੰਗੀ ਐਕੈਡੈਮਿਕ ਪਰਫਾਰਮੈਂਸ ਕਲੀਅਰ ਕਰਕੇ ਬਾਕੀ ਉਹਦਾ ਜਿਹੜਾ ਫਿਊਚਰ ਉਹ ਬਹੁਤ ਵਧੀਆ ਆਵੇ। ਪਰ ਜਦੋਂ ਇੱਥੇ ਆ ਕੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਪਲੇਸਮੈਂਟ ਸੈੱਲ ਹੈ ਉਹ ਬਹੁਤ ਲਿਮਿਟਡ ਹੈ ਇਨ ਕੰਪੈਰੀਜ਼ਨ ਟੂ ਦ ਡਿਫਰੈਂਟ ਯੂਨੀਵਰਸਿਟੀਜ਼ ਆਫ ਦੀ ਨੇਸ਼ਨ। ਸ਼ਾਇਦ ਉਹ ਦਿੱਲੀ ਯੂਨੀਵਰਸਿਟੀ ਹੋਵੇ। ਇੰਜੀਨੀਅਰਿੰਗ ਕਾਲਜ ਬਾਰੇ ਗੱਲ ਕਰਾਂ ਤਾਂ ਆਪਾਂ ਥਾਪਰ ਯੂਨੀਵਰਸਿਟੀ ਨਾਲ ਵੀ ਕੰਪੇਅਰ ਕਰ ਸਕਦੇ ਹਾਂ। ਸਾਡੀ ਜਿਹੜੀ ਇਹਨਾਂ ਦਾ ਜਿਹੜਾ ਐਕਸਪੋਜ਼ਰ ਹੈ ਉਹ ਬਹੁਤ ਲਿਮਿਟਡ ਹੈ। ਤੇ ਜਿਵੇਂ ਮੈਂ ਆਪ ਇੱਕ ਸਾਇੰਸ ਬੈਕਗਰਾਊਂਡ ਤੋਂ ਆਉਂਦੀ ਹਾਂ ਤਾਂ ਮੇਰੇ ਸਾਇੰਸ ਬੈਕਗਰਾਊਂਡ ਦੇ ਵਿੱਚ ਸਾਨੂੰ ਪਤਾ ਹੈ ਕਿ ਹਰ ਸਾਲ ਹਰ ਮਹੀਨੇ ਹੀ ਇੰਨੇ ਰੀਸੈਂਟ ਐਡਵਾਂਸਿਸ ਹੋ ਰਹੇ ਨੇ। ਤਾਂ ਇੱਕ ਲੋਕਾਂ ਦੇ ਵਿੱਚ ਇੱਕ ਚੀਜ਼ ਬੈਠੀ ਹੋਈ ਹੈ ਕਿ ਜੇ ਤੁਸੀਂ ਬੇਸਿਕ ਸਾਇੰਸਿਸਟ ਹੋ ਜਾਂ ਜੇ ਤੁਸੀਂ ਜਿਵੇਂ ਮੈਂ ਆਪ ਡੈਂਟਿਸਟਰੀ ਹਾਂ ਤਾਂ ਤੁਸੀਂ ਡਾਕਟਰ ਹੀ ਬਣਨਾ ਹੈ। ਬਿਲਕੁਲ ਅਜਿਹਾ ਕੁਝ ਨਹੀਂ ਹੈ। ਜਿੰਨੀਆਂ ਫੀਲਡ ਸਾਡੇ ਉੱਥੇ ਇਮਰਜ ਆਊਟ ਕਰ ਰਹੀਆਂ ਨੇ, ਜੇ ਮੈਂ ਆਪਣੀ ਗੱਲ ਕਰਾਂ ਅਸੀਂ MPH 'ਚ ਵੀ ਜਾ ਸਕਦੇ ਹਾਂ, ਮਾਸਟਰਸ ਇਨ ਪਬਲਿਕ ਹੈਲਥ ਕਰ ਸਕਦੇ ਹਾਂ, ਅਸੀਂ ਹੂ ਦੇ ਵਿੱਚ ਜਾ ਕੇ ਅੱਗੇ ਕੰਮ ਕਰ ਸਕਦੇ ਹਾਂ, ਅਸੀਂ MBA ਕਰ ਸਕਦੇ ਹਾਂ। ਮੈਂ ਫਾਰਮੇਕੋ ਵਿਜੀਲੈਂਸ ਬਾਰੇ ਵੀ ਦੱਸਣਾ ਚਾਹੁੰਦੀ ਹਾਂ ਜਿਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ, ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਪੇਸ਼ੈਂਟਸ ਨਾਲ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਕਾਰਨ ਉਹਨਾਂ ਨੂੰ ਕਿਹੜੇ ਐਡਵਰਸ ਰਿਐਕਸ਼ਨਸ ਹੋਏ ਨੇ। ਤਾਂ ਉਹਦੇ ਤੇ ਇੱਕ ਸਰਵਿਸ ਕਰਾਇਆ ਜਾਂਦਾ ਤਾਂ ਕਿ ਜਿੰਨੀਆਂ ਵੀ ਡਰੱਗਸ ਅੱਗੇ ਆ ਰਹੀਆਂ ਨੇ ਉਹਨੂੰ ਅਸੀਂ ਕਿਵੇਂ ਇੰਪਰੂਵ ਕਰ ਸਕੀਏ। ਇਹ ਬਹੁਤ ਇਮਰਜਿੰਗ ਫੀਲਡ ਹੈ। ਬਿਲਕੁਲ ਇਹਦੇ ਉੱਤੇ ਸਾਡੀ ਈਵਨ ਇੰਟਰਨਸ਼ਿਪਸ ਵੀ ਹੁੰਦੀਆਂ ਨੇ ਤੇ ਜਿਹੜੀਆਂ ਚੀਜ਼ਾਂ ਨੇ ਇਸ ਬਾਰੇ ਲੋਕਾਂ ਦੇ ਅੱਗੇ ਸਾਨੂੰ ਲਿਆਉਣਾ ਬਹੁਤ ਜ਼ਰੂਰੀ ਹੈ। ਉਦੋਂ ਹੀ ਆਉਣਗੀਆਂ ਜਦੋਂ ਇੱਥੇ ਇੱਕ ਇੰਟਰੈਕਟਿਵ ਸੈਸ਼ਨਸ ਇੰਟਰੋਡਿਊਸ ਕੀਤੇ ਜਾਣਗੇ ਬੱਚਿਆਂ ਨਾਲ, ਉਹਨਾਂ ਦੇ ਐਲੂਮਨਾਈ ਦਾ ਨਾਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਐਕਸਪੋਜ਼ਰ ਦਿੱਤਾ ਜਾਊਗਾ। ਜਿਵੇਂ ਆਪਾਂ ਡਿਫਰੈਂਟ ਲੈਬੋਰਟਰੀਜ਼ ਨੇ ਸਾਡੇ ਨੇਸ਼ਨ ਦੇ ਵਿੱਚ ਉਹਦੇ ਉੱਤੇ। ਸੈਕੰਡਲੀ ਜਿਵੇਂ ਆਪਣੇ ਜਿਹੜੇ ਸਟੂਡੈਂਟ ਨੇ ਸਾਨੂੰ ਪਤਾ ਅਸੀਂ ਸਾਰੇ ਜਿੰਨੇ ਵੀ ਨੇ ਇੱਥੇ ਹਰ ਤਰ੍ਹਾਂ ਦੇ ਮਤਲਬ ਹਰ ਫਾਈਨੈਂਸ਼ੀਅਲ ਕੰਡੀਸ਼ਨ ਤੋਂ ਡਿਫਰੈਂਟ ਲੋਕ ਆਉਂਦੇ ਨੇ। ਕਈ ਅਜਿਹੇ ਲੋਕ ਬੱਚੇ ਵੀ ਨੇ ਜਿਹੜੇ ਸਟੂਡੈਂਟਸ ਨੇ ਜਿਹੜੇ ਐਜੂਕੇਸ਼ਨ ਲੋਨ ਦੇ ਬੇਸਿਸ ਤੇ ਆ ਕੇ ਇੱਥੇ ਆਪਣੀਆਂ ਪੜ੍ਹਾਈਆਂ ਖਤਮ ਕਰ ਰਹੇ ਨੇ ਤੇ ਸਾਨੂੰ ਪਤਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਇੱਕ ਸੈਲਫ ਫਾਈਨਾਂਸ ਮਾਡਲ ਇੰਟਰੋਡਿਊਸ ਕਰ ਰਹੇ ਤੇ ਉਹਦੇ ਬੈਸਟ ਐਗਜ਼ਾਮਪਲਸ UILS ਤੇ PG ਲਾਅ ਬਾਰੇ ਗੱਲ ਕਰ ਸਕਦੇ ਹੋ। ਦੋਨੋਂ ਸੇਮ ਹੀ ਡਿਗਰੀ ਪ੍ਰੋਵਾਈਡ ਕਰ ਰਹੀ ਹੈ ਪਰ ਦੋਨਾਂ ਦੇ ਵਿੱਚ ਫੀ ਹਾਈਕ ਬਹੁਤ ਜ਼ਿਆਦਾ ਡਿਫਰੈਂਸ ਹੈ। UILS ਦੇ ਵਿੱਚ ਜਿਸ ਤਰੀਕੇ ਨਾਲ ਫੀਸ ਹਾਈਕ ਹੋ ਰਹੀ ਹੈ ਉਹਦੇ ਕਾਰਨ ਜਿਹੜੇ ਆਮ ਘਰਾਂ ਤੋਂ ਲੋਕ ਆ ਰਹੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸੀਬਤਾਂ ਝੇਲਣੀਆਂ ਪੈ ਰਹੀਆਂ ਨੇ। ਜੇ ਹੋਰ ਬਾਕੀ ਜਿਵੇਂ ਜਿਹੜੇ ਰੀਡਿੰਗ ਰੂਮਸ ਨੇ ਹੈਗੇ ਇੱਥੇ ਲਾਇਬ੍ਰੇਰੀ ਦੇ ਵਿੱਚ ਇਨ ਕੰਪੈਰੀਜ਼ਨ ਜਿੰਨੀ ਕਪੈਸਿਟੀ ਸਾਡੇ ਇੱਥੇ ਯੂਨੀਵਰਸਿਟੀ ਦੇ ਵਿੱਚ ਹੈ ਉਸ ਦੇ ਹਿਸਾਬ ਨਾਲ ਜਿਹੜੀ ਸਿਟਿੰਗ ਕਪੈਸਿਟੀ ਉਹ ਬਹੁਤ ਘੱਟ ਹੈ। ਸੋ ਅਸੀਂ ਦਰਖਾਸਤ ਜ਼ਰੂਰ ਕਰਨਾ ਚਾਹਾਂਗੇ ਕਿ ਜਿਹੜੇ ਹੋਸਟਲਸ ਨੇ ਉਹਨਾਂ ਦੇ ਵਿੱਚ ਜਿਹੜੇ ਰੀਡਿੰਗ ਰੂਮ ਨੇ ਉਹਨਾਂ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਕਿ ਬੱਚਿਆਂ ਨੂੰ ਇਹ ਚੀਜ਼ ਦੀ ਪ੍ਰੋਬਲਮ ਨਾ ਫੇਸ ਹੋਵੇ ਤੇ ਨਾਰਥ ਕੈਂਪਸ ਤੇ ਸਾਊਥ ਕੈਂਪਸ ਦੇ ਵਿੱਚ ਹੋਰ ਰੀਡਿੰਗ ਰੂਮਸ ਐਸਟੈਬਲਿਸ਼ ਕਰਨ ਤੇ ਡਿਪਾਰਟਮੈਂਟ ਦੀ ਜਿਹੜੀਆਂ ਆਪਣੀਆਂ ਲਾਇਬ੍ਰੇਰੀਜ਼ ਹੁੰਦੀਆਂ ਨੇ ਉੱਥੇ ਕਿ ਮੇਜਰ ਇੱਕ ਇਸ਼ੂ ਮੈਂ ਦੇਖਿਆ ਕਿ ਜਿਹੜੇ ਸਾਡੇ ਲਾਇਬ੍ਰੇਰੀ ਹੁੰਦੇ ਨੇ ਸਾਡੇ ਉੱਥੇ ਐਡੀਸ਼ਨਸ ਨਹੀਂ ਚੇਂਜ ਹੋ ਰਹੇ, ਉਹੀ ਪੁਰਾਣੇ ਐਡੀਸ਼ਨ ਪਏ ਨੇ। ਤਾਂ ਹੁਣ ਜਿਹੜੀ ਸਾਡੇ ਵਰਗੀ ਫੀਲਡ ਹੁੰਦੀ ਹੈ ਸ਼ਾਇਦ ਤੁਸੀਂ ਲਾਅ ਦੀ ਬ੍ਰਾਂਚ ਵੀ ਲਾ ਲਓ, ਹੁਣ ਸਾਨੂੰ ਪਤਾ ਹੈ ਹਲੇ ਹੀ ਰੀਸੈਂਟਲੀ ਲਾਅ ਦੇ ਵਿੱਚ ਇੱਕ IPC ਕੋਡ ਚੇਂਜ ਹੋਇਆ। ਅੱਜ ਜਿੰਨੇ ਵੀ ਹਰ ਵਾਰੀ ਚੇਂਜ ਹੋ ਰਿਹਾ, ਸਿਰਫ ਲਾਅ ਨਹੀਂ ਚੇਂਜ ਹੋ ਰਿਹਾ। ਮੈਂ ਆਪਣੇ ਸਾਇੰਸ ਬੈਕਗਰਾਊਂਡ ਦੀ ਗੱਲ ਕਰਾਂ ਹਰ ਵਾਰੀ ਇੱਕ ਨਵਾਂ ਰੀਸੈਂਟ ਐਡਵਾਂਸਮੈਂਟ ਆਉਂਦੀ ਹੈ ਤੇ ਉਹਦੇ ਨਾਲ ਰਿਲੇਟਡ ਸਾਡਾ ਜਿਹੜਾ ਥੈਰੇਪੀ ਹੈ ਕਿਸੇ ਵੀ ਚੀਜ਼ ਨੂੰ ਟ੍ਰੀਟ ਕਰਨ ਦੀ ਉਹ ਵੀ ਚੇਂਜ ਹੋ ਜਾਂਦੀ ਹੈ। ਤਾਂ ਇੱਥੇ ਇੱਕ ਬਹੁਤ ਵੱਡੀ ਗੱਲ ਇਹ ਸਾਨੂੰ ਰੱਖਣੀ ਚਾਹੀਦੀ ਹੈ ਕਿ ਜਿਹੜੇ ਜਰਨਲਸ ਨੇ ਉਹ ਹੋਰ ਤੋਂ ਹੋਰ ਇੰਟਰੋਡਿਊਸ ਕਰੋ ਤੇ ਜਿਹੜੇ ਐਡੀਸ਼ਨਸ ਨੇ ਉਹਨਾਂ ਨੂੰ ਰਿਪਲੇਸ ਕਰੋ ਨਵੇਂ ਐਡੀਸ਼ਨਸ ਨਾਲ। ਤੇ ਈਵਨ ਜਿਹੜੇ ਕੰਪਿਊਟਰ ਸਿਸਟਮ ਨੇ ਜਿਹੜਾ ਡਿਜੀਟਲ ਸਿਸਟਮ ਪ੍ਰੋਵਾਈਡ ਕੀਤਾ ਜਾ ਰਿਹਾ ਲਾਇਬ੍ਰੇਰੀ 'ਚ ਉਹ ਵੀ ਚੇਂਜ ਕਰਨ ਦੀ ਬਹੁਤ ਲੋੜ ਹੈ। ਬੱਚੇ ਇੱਥੇ ਪੈਸਾ ਜਿੰਨਾ ਦੇ ਰਹੇ ਨੇ ਉਸ ਦੇ ਹਿਸਾਬ ਨਾਲ ਜਿਹੜੀ ਮੋਬਾਈਲ ਤੇ ਇੰਟਰਨੈਟ ਕਨੈਕਟੀਵਿਟੀ ਉਹ ਬਹੁਤ ਜ਼ਿਆਦਾ ਫੇਸ ਹੁੰਦੀ ਹੈ। ਸਪੈਸ਼ਲੀ ਜੇ ਮੈਂ ਗੱਲ ਕਰਾਂ ਰਿਸਰਚ ਸਕਾਲਰਸ ਨੂੰ ਉਹਨਾਂ ਨੂੰ ਇੱਕ ਚੀਜ਼ ਦੀ ਬਹੁਤ ਇਸ਼ੂ ਫੇਸ ਹੁੰਦਾ ਕਿਉਂਕਿ ਉਹਨਾਂ ਨੇ ਡਾਟਾ ਅਪਲੋਡ ਕਰਨਾ ਹੁੰਦਾ। ਬਿਲਕੁਲ। ਤੇ ਰਿਸਰਚ ਸਕਾਲਰਸ ਦਾ ਇੱਕ ਬਹੁਤ ਵੱਡਾ ਮੁੱਦਾ ਇੱਥੇ ਆਇਆ ਕਿ ਸਾਰੀ ਦੀ ਸਾਰੀ ਜਿਹੜਾ ਪਾਵਰ ਹੈ ਦੈਟ ਇਜ਼ ਟੂ ਦ ਗਾਈਡ। ਓਕੇ। ਸੋ ਉਹਦੇ ਕਾਰਨ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪਲੋਇਟੇਸ਼ਨ ਫੇਸ ਕਰਨੀ ਪੈ ਰਹੀ ਹੈ। ਤਾਂ ਉਹਦੇ ਕਰਕੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਗ੍ਰੀਵੈਂਸ ਸੈੱਲ ਬਣੇ ਰਿਸਰਚ ਸਕਾਲਰਸ ਲਈ ਤਾਂ ਕਿ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਕਲੈਕਟਿਵ ਡਿਸੀਜਨ ਨਾਲ ਇੰਪਾਰਸ਼ਲ ਹੋ ਕੇ ਬਣਨ ਕਿਉਂਕਿ ਉਸ ਬੋਡੀ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਨਾ ਹੀ ਸਿਰਫ ਐਕੈਡਮੀਆ ਤੇ ਸੈਨੇਟ ਦੇ ਮੈਂਬਰਸ ਹੋਣ ਬਲਕਿ ਪਰਸਾ ਦੇ ਵੀ ਮੈਂਬਰਸ ਹੋਣ। ਜਦੋਂ ਤੁਸੀਂ ਸੋਚਿਆ ਸੀ ਜਦੋਂ ਇਸ ਸਾਥ ਨਾਲ ਜੁੜੇ ਸੀ ਸੋਚਿਆ ਸੀ ਵੀ ਮੈਂ ਕਦੇ ਇਲੈਕਸ਼ਨ ਵੀ ਲੜੂੰਗੀ ਜਾਂ ਸਹਿਜ ਸੁਭਾਅ ਹੋ ਗਿਆ ਜਾਂ ਪਹਿਲਾਂ ਮਾਈਂਡ ਸੈਟਅਪ ਕੀਤਾ ਹੋਇਆ ਸੀ? ਮੈਂ ਕਦੀ ਵੀ ਨਹੀਂ ਸੋਚਿਆ ਸੀ। ਮੈਂ ਤੁਹਾਨੂੰ ਸੱਚ ਗੱਲ ਦੱਸਾਂ ਜਿਵੇਂ ਨਾ ਮੈਂ ਬਸ ਇੱਕ ਮਿਥ ਤੋੜਨਾ ਚਾਹੁੰਦੀ ਸੀ ਸੁਸਾਇਟੀ ਦੇ ਵਿੱਚ ਰਹਿ ਕੇ ਕਿ ਨਾ ਇੱਕ ਬਣਿਆ ਹੋਇਆ ਕਿ ਜੇ ਤੁਸੀਂ ਸਾਇੰਸ ਤੋਂ ਨਾ ਤਾਂ ਤੁਸੀਂ ਕਿਤਾਬੀ ਕੀੜੇ ਹੋ। ਬਸ ਨਾ ਤੁਸੀਂ ਕਿਸੇ ਫੰਕਸ਼ਨ ਨੂੰ ਇੰਜੋਏ ਕਰ ਸਕਦੇ ਹੋ, ਬਸ ਤੁਸੀਂ ਸਾਇੰਸ 'ਚ ਆ ਗਏ ਪਤਾ ਨਹੀਂ ਤੁਹਾਡੇ ਉੱਤੇ ਅਜਾ ਕਿਹੋ ਜਿਹਾ ਜ਼ੁਲਮ ਹੋ ਗਿਆ ਕਿ ਨਾ ਹੀ ਤੁਸੀਂ
ਪਾਰਟੀ ਕਰ ਸਕਦੇ ਹੋ, ਨਾ ਹੀ ਤੁਸੀਂ ਕਿਸੇ ਮੈਰਿਜ ਫੰਕਸ਼ਨਸ ਨੂੰ ਅਟੈਂਡ ਕਰ ਸਕਦੇ ਹੋ। ਸਾਡੀ ਸੋਸਾਇਟੀ ਦੀ ਇੱਕ ਧਾਰਨਾ ਬਣ ਗਈ ਵੀ ਜੇ ਤੁਸੀਂ ਡਾਕਟਰ ਹੋ ਬਸ ਤੁਸੀਂ ਤਾਂ ਕਲੀਨਿਕ ਤੱਕ ਸੀਮਤ ਰਹਿਣਾ ਹੈ ਨਾ, ਜੇ ਤੁਸੀਂ ਮੈਨੇਜਮੈਂਟ ਵਾਲੇ ਹੋ ਤੁਸੀਂ ਆਪਣੇ ਬਿਜ਼ਨਸ ਤੱਕ ਸੀਮਤ ਰਹਿਣਾ ਹੈ ਨਾ। ਔਰ ਰਾਜਨੀਤੀ ਨੂੰ ਤਾਂ ਇਹ ਸਮਝਿਆ ਜਾਂਦਾ ਵੀ ਇਹ ਕਿੱਧਰ ਗੰਦੇ ਜੇ ਕੰਮ 'ਚ ਆ ਗਏ ਹੈ ਨਾ, ਉਸ ਤਰ੍ਹਾਂ ਦਾ ਇੱਕ ਸਾਡੇ ਤੇ ਟੈਗ ਲੱਗ ਜਾਂਦਾ। ਹਾਂਜੀ, ਤੇ ਮੈਨੂੰ ਐ ਲੱਗਿਆ ਕਿ ਜੇ ਮੈਂ ਡੈਂਟਲ ਤੇ ਮੈਡੀਕਲ ਕਾਲਜ, ਜਿਹੜਾ ਮੇਰਾ ਡੈਂਟਲ ਕਾਲਜ ਡਿਪਾਰਟਮੈਂਟ ਹੈ ਇੱਥੇ, ਤੇ ਮੈਂ ਬਾਕੀ ਮੈਡੀਕਲ ਤੇ ਡੈਂਟਲ ਕਾਲਜਸ ਨਾਲ ਦੇਖਦੀ ਮੈਂ ਸੋਚਦੀ ਮੈਨੂੰ ਇੱਥੇ ਕੀ ਵੱਖਰਾ ਮਿਲਿਆ ਇਸ ਯੂਨੀਵਰਸਿਟੀ 'ਚ ਆ ਕੇ। ਆਹੀ ਆ, ਉੱਥੇ ਕੋਈ ਸਟੂਡੈਂਟ ਇਲੈਕਸ਼ਨਸ ਦਾ ਮੌਕਾ ਨਹੀਂ ਮਿਲਦਾ, ਸਟੂਡੈਂਟ ਪੋਲਿਟਿਕਸ ਦਾ ਮੌਕਾ ਨਹੀਂ ਮਿਲਦਾ, ਉੱਥੇ ਕੋਈ ਸਟੂਡੈਂਟ ਆਰਗੇਨਾਈਜੇਸ਼ਨਸ ਨਹੀਂ ਹੈ, ਇੱਥੇ ਇੱਕ ਸਟੂਡੈਂਟ ਆਰਗੇਨਾਈਜੇਸ਼ਨ ਹੈ। ਮੇਰਾ ਇੱਥੇ ਮਕਸਦ ਆਹੀ ਸੀਗਾ ਇਸ ਆਰਗੇਨਾਈਜੇਸ਼ਨ 'ਚ ਆਉਣ ਦਾ ਕਿ ਜਿਹੜੇ ਸਟੂਡੈਂਟ ਦੇ ਵੈਲਫੇਅਰ ਲਈ ਅਸੀਂ ਕੰਮ ਕਰ ਸਕੀਏ, ਕਿਉਂਕਿ ਮੈਂ ਇੱਕ ਆਪ ਸਟੂਡੈਂਟ ਹਾਂ, ਮੈਨੂੰ ਆਪ ਨੂੰ ਉਹ ਚੀਜ਼ਾਂ ਫੇਸ ਹੁੰਦੀਆਂ। ਮੈਂ ਆਪ ਫਸਟ ਈਅਰ 'ਚ ਗੋਲਡ ਮੈਡਲਿਸਟ ਰਹੀ ਹਾਂ, ਮੈਂ ਟਰਾਈ ਸਿਟੀ ਟੌਪਰ ਵੀ ਸੀਗੀ ਜਦੋਂ ਮੈਂ 12th 'ਚ ਸੀ, ਤੇ ਈਵਨ 10th ਦੇ ਵਿੱਚ ਵੀ ਟਰਾਈ ਸਿਟੀ ਟੌਪਰ ਰਹੀ ਹਾਂ। ਤੇ ਮੈਨੂੰ ਪਤਾ ਹੈ ਕਿ ਜਿਹੜੇ ਸਾਡਾ ਐਕੈਡੈਮਿਕਸ ਹੈ ਉਹਨੂੰ ਪ੍ਰਾਇੋਰਟੀ ਕਿਤੇ ਨਾ ਕਿਤੇ ਨਹੀਂ ਦਿੱਤੀ ਜਾ ਰਹੀ। ਤੇ ਜੇ ਸਾਡੀ ਯੂਨੀਵਰਸਿਟੀ ਨੇ ਇੱਕ ਸਟੂਡੈਂਟ ਇਲੈਕਸ਼ਨਸ ਇੱਥੇ ਲਿਆ ਕੇ ਆਏ ਨੇ, ਉਹਨਾਂ ਦਾ ਮੇਜਰ ਮਕਸਦ ਆਹੀ ਸੀਗਾ ਕਿ ਬੱਚਿਆਂ ਦੇ ਅੰਦਰ ਜਿਹੜੀ ਪਰਸਨੈਲਿਟੀ, ਉਹਦੇ ਅੰਦਰ ਵਰਸਟੈਲਿਟੀ ਇੰਟਰੋਡਿਊਸ ਕੀਤੀ ਜਾਵੇ। ਤੇ ਉਹ ਵਰਸਟੈਲਿਟੀ ਉਦੋਂ ਹੀ ਆਵਾਂਗੀ ਜਦੋਂ ਅਸੀਂ ਕਿਸੇ ਸਟੂਡੈਂਟ ਆਰਗੇਨਾਈਜੇਸ਼ਨ ਨਾਲ, ਜਾਂ ਵੈਸੇ ਵੀ ਅਸੀਂ ਅੱਗੇ ਆਈਏ ਪੋਲੀਟੀਕਲ ਇੰਟਰਸਟ, ਅਸੀਂ ਸੋਸ਼ਲ ਆਪਣੀ ਲਾਈਫ ਥੋੜਾ ਜਿਹਾ ਇਨਕਰੀਜ਼ ਕਰੀਏ, ਤਾਂ ਕਿ ਸਾਨੂੰ ਸਿਰਫ ਆਪਣੇ ਪ੍ਰੋਫੈਸ਼ਨ ਤੱਕ ਨਹੀਂ, ਬਾਕੀ ਜਿਹੜੇ ਹੋਰ ਪ੍ਰੋਫੈਸ਼ਨ ਨੇ ਉਹਨਾਂ ਬਾਰੇ ਵੀ ਪਤਾ ਚੱਲੇ। ਜਦੋਂ ਤੁਸੀਂ ਇੱਧਰ ਇਲੈਕਸ਼ਨ ਲੜਨ ਦਾ ਫੈਸਲਾ ਲਿਆ, ਹਾਂਜੀ, ਘਰੇ ਮੰਮੀ ਡੈਡੀ ਦਾ ਕੀ ਰਿਐਕਸ਼ਨ ਸੀ? ਮੈਂ ਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂਗੀ, ਜਦੋਂ ਇਹਨਾਂ ਨੇ ਮੈਨੂੰ ਦੱਸਿਆ, ਮੈਂ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਰਣਵੀਕ ਐਵੇਂ ਅਸੀਂ ਤੁਹਾਨੂੰ ਨੋਮੀਨੇਟ ਕੀਤਾ ਹੈ, ਤੁਸੀਂ ਕੀ ਕਰਨਾ ਚਾਹੋਗੇ, ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਆਹੀ ਗੱਲ ਸੀ ਕਿ ਮੈਂ ਮੰਮਾ ਪਾਪਾ ਨੂੰ ਕਿਵੇਂ ਮਨਾਵਾਂਗੀ, ਕਿਉਂਕਿ ਅਸੀਂ ਬਹੁਤ ਆਮ ਘਰਾਂ ਤੋਂ ਆਉਂਦੇ ਹਾਂ। ਜਦੋਂ ਸਾਡਾ ਕਿਸੇ ਪਿੱਛੋਂ ਦੀ, ਅਸੀਂ ਕਿਸੇ ਪੋਲੀਟੀਕਲੀ ਸਾਡਾ ਕੋਈ ਐਵੇਂ ਰਿਲੇਸ਼ਨ ਨਹੀਂ ਹੈ, ਤਾਂ ਜਿਹੜੇ ਆਮ ਘਰ ਤੇ ਲੋਕ ਆਉਂਦੇ ਨੇ ਉਹਨਾਂ ਦੇ ਦਿਮਾਗ 'ਚ ਇੱਕ ਆਹੀ ਗੱਲ ਹੁੰਦੀ ਹੈ ਕਿ ਸਾਡੀ ਕੁੜੀ ਦੀ ਸੇਫਟੀ ਸਭ ਤੋਂ ਵੱਡੀ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਸੁਸਾਇਟੀ ਦੇ ਵਿੱਚ ਇੱਕ ਇਹ ਧਾਰਨਾ ਵੀ ਰੱਖੀ ਹੋਈ ਹੈ ਕਿ ਜਿਹੜੀਆਂ ਕੁੜੀਆਂ ਜੇ ਵੂਮਨ ਦੇ ਅੰਦਰ ਪੋਲਿਟਿਕਸ ਅੱਗੇ ਆਉਣ ਤਾਂ ਪਤਾ ਨਹੀਂ ਉਹ ਕੀ ਹੀ ਕਰਦੀਆਂ ਹੋਣਗੀਆਂ। ਤੇ ਜਿਹੜੀ ਇੱਕ ਮਿਥ ਹੈ ਨਾ, ਇਹਨੂੰ ਤੋੜਨਾ ਬਹੁਤ ਜ਼ਰੂਰੀ ਹੈ। ਤੇ ਲੱਕੀਲੀ ਜਦੋਂ ਮੈਂ ਆਈ, ਉਹਨਾਂ ਨਾਲ ਗੱਲਬਾਤ ਕੀਤੀ ਮੰਮਾ ਨਾਲ, ਤੇ ਮੰਮਾ ਨੂੰ ਮੈਂ ਆਪਣੀ ਆਪ ਦੀ ਗੱਲ ਦੱਸੀ ਕਿ ਮੈਂ ਆਪ ਕਰਨਾ ਚਾਹੁੰਦੀ ਹਾਂ, ਤੇ ਇੱਕ ਬਹੁਤ ਵਧੀਆ ਮੌਕਾ ਮਿਲਿਆ। ਮੈਂ ਹਲੇ ਸਿਰਫ 19 ਸਾਲ ਦੀ ਹਾਂ, ਮੈਂ ਇੰਨੀ ਯੰਗ ਹਾਂ, ਤੇ ਮੈਨੂੰ ਲੱਗਦਾ ਆਈ ਥਿੰਕ ਮੈਂ ਵਨ ਆਫ ਦੀ ਯੰਗੈਸਟ ਕੈਂਡੀਡੇਟ ਹਲੇ ਤੱਕ ਹਾਂ ਜਿਹੜੀ ਆਫਿਸ ਬੇਅਰਰ ਦੀ ਪੋਸਟ ਉੱਤੇ ਖੜੀ ਹੈ। ਕੀ ਬਾਤ ਹੈ। ਤੇ ਮੈਂ ਚਾਹੁੰਦੀ ਹਾਂ ਕਿ ਜੇ ਮੇਰੇ ਅੰਦਰ ਇੰਨੇ ਗਟਸ ਨੇ, ਤਾਂ ਮੈਂ ਕਿਹਾ ਮੰਮਾ ਤੁਸੀਂ ਵੀ ਮੈਨੂੰ ਸਪੋਰਟ ਕਰੋ ਕਿ ਜੇ ਮੈਂ ਗਟਸ ਅੱਗੇ ਦਿਖਾ ਰਹੀ ਹਾਂ ਤਾਂ ਲੋਕ ਇਹਨੂੰ ਐਪਰੀਸ਼ੀਏਟ ਕਰਨ ਤੇ ਮੈਨੂੰ ਸਪੋਰਟ ਵੀ ਕਰਨ। ਕੀਤੀ ਸਪੋਰਟ ਫਿਰ? ਬਿਲਕੁਲ ਸਪੋਰਟ ਕਰ ਰਹੇ ਨੇ। ਲਾਸਟ ਤੋਂ ਲਾਸਟ ਈਅਰ ਇੱਥੇ ਇੱਕ ਕੁੜੀ ਨੇ ਪਹਿਲੀ ਵਾਰ ਇਹ ਧਾਰਨਾ ਤੋੜੀ ਆ, ਕਨੂਪ੍ਰਿਆ ਨੇ ਪਹਿਲੀ ਵਾਰ ਪ੍ਰੈਜ਼ੀਡੈਂਟ ਉਹ ਬਣੀ, ਔਰ ਉਸ ਤੋਂ ਬਾਅਦ ਅਸੀਂ ਜਦੋਂ ਵੀ ਉਹਦੀਆਂ ਇੰਟਰਵਿਊਜ਼ ਹੋਈਆਂ, ਮੈਂ ਵੀ ਉਹਨਾਂ ਨਾਲ ਗੱਲ ਕੀਤੀ ਸੀ, ਤਾਂ ਉਹਨਾਂ ਨੇ ਇਹੀ ਕਹੀ ਸੀ ਵੀ ਇੱਕ ਧਾਰਨਾ ਬਣ ਗਈ ਯੂਨੀਵਰਸਿਟੀ ਦੀ ਵੀ ਇੱਥੇ ਜਿਹੜੀ ਕਾਕਾਸ਼ਾਹੀ ਪੋਲਿਟਿਕਸ ਆ ਨਾ, ਵੀ ਉਹ ਤਾਂ ਜੀ ਸਾਡੀ ਮੁੱਠੀ 'ਚ ਆ, ਜਾਂ ਪੋਲੀਟੀਕਲ ਲੋਕ ਇਹ ਕਹਿੰਦੇ ਸਾਡੀ ਮੁੱਠੀ 'ਚ ਆ, ਜਿਵੇਂ ਅਸੀਂ ਕਹਾਂਗੇ ਸਾਡੇ ਕਾਕੇ ਹੀ ਇੱਥੇ ਪ੍ਰੈਜ਼ੀਡੈਂਟ ਬਣਨਗੇ, ਪੋਸਟਾਂ ਤੇ ਬੈਠਣਗੇ, ਵੀ ਹੋਰ ਤਾਂ ਇਹਨੂੰ ਤੋੜ ਹੀ ਨਹੀਂ ਸਕਦਾ, ਪਰ ਉਸ ਕੁੜੀ ਨੇ ਤੋੜੀ। ਬਿਲਕੁਲ। ਕੀ ਉਸ ਤੋਂ ਬਾਅਦ ਤੁਹਾਨੂੰ ਕੋਈ ਪ੍ਰੇਰਨਾ ਮਿਲੀ? ਮੈਂ ਹਮੇਸ਼ਾ ਕਹੂੰਗੀ ਕਨੂਪ੍ਰਿਆ ਮੇਰੇ ਲਈ ਹਮੇਸ਼ਾ ਇੱਕ ਇਨਸਪੀਰੇਸ਼ਨ ਰਹੀ ਹੈ। ਉਹ ਅਲੱਗ ਗੱਲ ਹੈ ਕਿ ਚਲੋ ਕਿਸੇ ਡਿਫਰੈਂਟ ਆਰਗੇਨਾਈਜੇਸ਼ਨ ਤੋਂ ਸੀ, ਪਰ ਐਟ ਦੀ ਐਂਡ ਆਫ ਦ ਡੇ ਅਸੀਂ ਲੀਡਰ ਤੋਂ ਪ੍ਰੇਰਨਾ ਲੈਂਦੇ। ਬਿਲਕੁਲ। ਹਰ ਆਰਗੇਨਾਈਜੇਸ਼ਨ ਦੀ ਆਪਣੀ ਆਈਡੀਓਲੋਜੀ ਹੈ, ਹਰ ਬੰਦੇ ਦੀ ਇੱਕ ਆਪਣੀ ਵਿਊ ਪੁਆਇੰਟ ਹੁੰਦੇ ਨੇ। ਸਾਡਾ ਕੰਮ ਹੈ ਕਿ ਅਸੀਂ ਉਹਨਾਂ ਨੂੰ ਰਿਸਪੈਕਟ ਕਰੀਏ। ਬਿਲਕੁਲ। ਪਰ ਜਦੋਂ ਸਾਡੀ ਇਨਸਪੀਰੇਸ਼ਨ ਦੀ ਗੱਲ ਆਉਂਦੀ ਹੈ ਨਾ, ਉਹ ਅਸੀਂ ਕਿਸੇ ਤੋਂ ਵੀ ਲੈ ਸਕਦੇ। ਬਿਲਕੁਲ, ਕੋਈ ਵੀ। ਤੇ ਉਹ ਮੇਰੇ ਲਈ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਰਹੇ ਨੇ ਹਮੇਸ਼ਾ, ਜਿਨਨੇ ਸਟਰੋਂਗਲੀ ਉਹਨਾਂ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ, ਉਹ ਕਿਸੇ ਨੇ ਵੀ ਨਹੀਂ ਕੀਤਾ। ਬਿਲਕੁਲ। ਔਰ ਜਿਸ ਤਰੀਕੇ ਦਾ ਡਟ ਕੇ ਉਹਨਾਂ ਨੇ ਇਹ, ਕਿਉਂਕਿ ਸਾਨੂੰ ਪਤਾ ਹੈ ਕਿ 70 to 80% ਕੁੜੀਆਂ ਹੈਗੀਆਂ ਨੇ ਯੂਨੀਵਰਸਿਟੀ ਦੇ ਵਿੱਚ, ਉਸ ਦੇ ਬਾਵਜੂਦ ਵੀ ਜਦੋਂ ਪਾਵਰ ਦੇਣ ਦੀ ਗੱਲ ਆਉਂਦੀ ਹੈ ਮੁੰਡਿਆਂ ਨੂੰ ਅੱਗੇ ਕੀਤਾ ਜਾਂਦਾ ਹੈ। ਇਹ ਕੁਐਸਚਨ ਪੁੱਟ ਕੀਤਾ ਜਾਂਦਾ ਹੈ ਕਿ ਕੀ ਕੁੜੀ ਮੁੰਡਿਆਂ ਦੀ ਇੱਕ ਮਸਕੂਲਰ એનર્ਜੀ ਨੂੰ ਮੈਚ ਕਰਕੇ ਦਿਖਾ ਸਕਦੀ ਹੈ? ਜੇ ਕੁੜੀ ਨੇ ਉਹ ਮੈਚ ਵੀ ਕਰਤੀ ਤਾਂ ਇਹ ਕੁਐਸਚਨ ਪੁੱਟ ਕੀਤਾ ਜਾਂਦਾ ਕਿ ਉਹ ਸਾਨੂੰ ਫਾਈਨੈਂਸ਼ੀਅਲੀ ਹੈਲਪ ਕਰੂਗੀ। ਜੇ ਉਹ ਵੀ ਕਰਤਾ ਤੇ ਇਹ ਕੁਐਸਚਨ ਪੁੱਟ ਕੀਤਾ ਜਾਂਦਾ ਕਿ ਉਹਦਾ ਇਮੋਸ਼ਨਲ ਲੈਵਲ ਅਸੀਂ ਕਿਵੇਂ ਸਟੇਬਲ ਕਰਾਂਗੇ। ਤੇ ਇਹ ਵੀ ਜੇ ਉਹਨੇ ਕਰਤਾ ਤਾਂ ਇਹ ਕੁਐਸਚਨ ਆਉਂਦਾ ਕਿ ਉਹਦੀ ਸੇਫਟੀ ਦਾ ਅਸੀਂ ਕਿਵੇਂ ਧਿਆਨ ਰੱਖੀਏ। ਬਲਕਿ
ਅਸਲ ਮੁੱਦਾ ਤਾਂ ਇਹ ਹੈ ਕਿ ਉਹਨਾਂ ਦੀ ਸੇਫਟੀ ਨੂੰ ਅਸੀਂ ਆਪ ਹੀ ਤਾਂ ਇਨਸਿਕਿਉਰ ਕੀਤਾ ਹੈ। ਬਿਲਕੁਲ। ਜਦੋਂ ਹੋਸਟਲ ਦੇ ਵਿੱਚ ਅਸੀਂ ਗਰਲਸ ਹੋਸਟਲ ਦੀਆਂ ਕੁੜੀਆਂ ਦੇ ਬਾਰੇ ਗੱਲ ਕਰਦੇ ਹਾਂ, ਬਾਹਰ ਮੁੰਡਿਆਂ ਦੀ ਗੱਡੀਆਂ ਦੇ ਵਿੱਚ ਲਾਈਨਾਂ ਤੋਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਬਾਹਰ ਮੁੰਡੇ ਖੜੇ ਹੁੰਦੇ ਨੇ, ਉਹਨਾਂ ਨੂੰ ਹੋਸਟਲ ਦੇ ਅੰਦਰ ਕੈਂਪੇਨਿੰਗ ਅਲਾਉਡ ਨਹੀਂ ਹੁੰਦੀ, ਪਰ ਬਾਹਰ ਖੜੇ ਹੁੰਦੇ ਨੇ। ਤੁਸੀਂ ਕੁੜੀਆਂ ਨੂੰ ਚਾਕਲੇਟਸ ਦਿੰਦੇ ਹੋ, ਬਿਊਟੀ ਪਾਰਲਰ ਦੇ ਪੈਂਫਲੇਟਸ ਤੱਕ ਵੰਡ ਦਿੰਦੇ ਹੋ, ਕੂਪਨ ਤੱਕ ਵੰਡ ਦਿੰਦੇ ਹੋ, ਠੀਕ ਹੈ। ਤੇ ਜਦੋਂ ਉਹ ਕੁੜੀ ਆਉਂਦੀ ਹੈ ਉਹ ਇੱਕ ਕੰਫਰਟੇਬਲ ਮੋਡ 'ਚ ਹੁੰਦੀ ਹੈ, ਕਿਉਂਕਿ ਉਹਦਾ ਇੱਕ ਆਪ ਦਾ ਇੱਕ ਪ੍ਰਾਈਵੇਟ ਟਾਈਮ ਹੈ ਤੇ ਉਹ ਆਪਣੇ ਹੀ ਕੰਫਰਟੇਬਲ ਤਰੀਕੇ ਨਾਲ ਘੁੰਮਦੀ ਹੈ। ਤੇ ਉੱਥੇ ਤੁਸੀਂ ਉਹ ਕੁੜੀ ਨੂੰ ਉਸਦੇ ਹਰ ਤਰੀਕੇ ਨਾਲ ਜੱਜ ਕਰਦੇ ਹੋ, ਉਹਦੇ ਬੋਡੀ ਪਾਰਟ ਨੂੰ ਵੀ ਜੱਜ ਕਰਦੇ ਹੋ, ਉਹਦੇ ਉੱਤੇ ਕਮੈਂਟ ਛੱਡਦੇ ਹੋ। ਮੈਂ ਆਪ ਇਹ ਗੱਲ ਸੁਣੀ ਆ ਕਿ ਇਹ ਕੁੜੀ ਦੀ ਤਾਂ ਸਮਾਈਲ ਇੰਨੀ ਵਧੀਆ ਹੈ, ਇਹਨੂੰ ਕਿਹਨੇ ਨਹੀਂ ਵੋਟ ਪਾਉਣੀ। ਇਹ ਕੁੜੀ ਨੂੰ ਉਹਦੇ ਵਿਚਾਰਾਂ ਦੇ ਹਿਸਾਬ ਨਾਲ ਨਹੀਂ ਵੋਟ ਪਾਈ ਜਾਂਦੀ, ਉਹਦੇ ਇੱਕ ਹੱਦ ਤੱਕ ਉਹਨੂੰ ਇਹ ਕਿਹਾ ਜਾਂਦਾ ਕਿ ਇਹਦੀ ਤਾਂ ਅਪੀਅਰੈਂਸ ਇੰਨੀ ਸੋਹਣੀ ਹੈ, ਜਾਂ ਉਹਦੇ ਬੋਡੀ ਆਰਗਨਸ ਨੂੰ ਨੋਟਿਸ ਕੀਤਾ ਜਾਂਦਾ ਕਿ ਉਹਦੀ ਜਿਹੜੀ ਬਿਊਟੀ ਆ, ਉਹਦੀ ਅਪੀਅਰੈਂਸ ਇੰਨੀ ਸੋਹਣੀ ਹੈ ਤਾਂ ਹੀ ਵੋਟ ਪੈ ਜਾਊਗੀ। ਪਰ ਇਹ ਬਹੁਤ ਵੱਡੀ ਮਿੱਥ ਹੈ ਤੇ ਸਾਨੂੰ ਕੁੜੀਆਂ ਨੂੰ ਆਪ ਰਲ ਕੇ ਇਹ ਚੀਜ਼ ਤੋੜਨੀ ਪੈਣੀ ਹੈ। ਤੇ ਅਸੀਂ ਜਿਹੜੀ ਸਿਕਿਉਰਿਟੀ ਦੇ ਇਸ਼ੂ ਦੀ ਗੱਲ ਕਰ ਰਹੇ ਹਾਂ ਨਾ, ਉਹ ਤਾਂ ਹੀ ਟੁੱਟੂਗੀ ਜਦ ਆਪਸ 'ਚ ਅਸੀਂ ਕੁੜੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਤੇ ਅੱਗੇ ਕੁੜੀਆਂ ਵਧਣਗੀਆਂ। ਤੇ ਮੈਂ ਇਹ ਵੀ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਕੁੜੀਆਂ ਸਾਡੇ ਨਾਲ ਮਤਲਬ ਚੱਲਣ ਨੂੰ ਵੀ ਤਿਆਰ ਹੁੰਦੀਆਂ ਨੇ, ਪਰ ਉਹ ਇੱਕ ਕਦਮ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੀ ਇੰਟਰਨਲੀ ਆਪਾਂ ਹੈਲਪ ਕਰ ਦਾਂਗੇ, ਸਪੋਰਟ ਕਰ ਦਾਂਗੇ, ਪਰ ਅਸੀਂ ਤੁਹਾਡੇ ਨਾਲ ਅੱਗੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਸਾਡੇ ਪਿੱਛੇ ਇੱਕ ਫੈਮਿਲੀ ਪ੍ਰੈਸ਼ਰ ਹੈ, ਇੱਕ ਸੁਸਾਇਟੀ ਦਾ ਪ੍ਰੈਸ਼ਰ ਹੈ। ਤੇ ਉਹ ਜਿਹੜੀ ਪ੍ਰੈਸ਼ਰ, ਉਹ ਫੈਮਿਲੀ ਪ੍ਰੈਸ਼ਰ ਸਾਨੂੰ ਤੋੜਨ ਦੀ ਬਹੁਤ ਲੋੜ ਹੈ। ਤੇ ਸੁਸ਼ਮਾ ਸਵਰਾਜ ਆਪ ਇੱਕ ਬਹੁਤ ਵੱਡਾ ਐਗਜ਼ਾਮਪਲ ਹੈ, ਉਹ ਇੱਥੋਂ ਦੀ ਹੀ ਨਿਕਲੇ ਨੇ। ਤੇ ਨਾਓ ਲੁੱਕ ਐਟ ਹਰ, ਸ਼ੀ ਇਜ਼ ਅ ਅਮੇਜ਼ਿੰਗ ਵੂਮਨ ਲੀਡਰ ਇਨ ਪੋਲਿਟਿਕਸ। ਤਾਂ ਉਹਨਾਂ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ, ਕਦਮ ਅੱਗੇ ਰੱਖਣਾ ਚਾਹੀਦਾ ਹੈ। ਪ੍ਰੋਬਲਮ ਆ ਹੋ ਰਹੀ ਹੈ ਕਿ ਅਸੀਂ ਜਿੰਨੇ ਕਦਮ ਅੱਗੇ ਰੱਖਣੇ ਆ ਨਾ, ਉਨੇ ਹੀ ਕਦਮ ਪਿੱਛੇ ਜਾ ਰਹੇ ਹਾਂ ਤੇ ਸਾਡੇ ਗਰੋਥ ਨਹੀਂ ਹੋ ਰਹੀ। ਚੱਲਣਾ ਲਾਜ਼ਮੀ ਆ, ਚੱਲਾਂਗੇ ਤਾਂ ਕਿਤੇ ਨਾ ਕਿਤੇ ਪਹੁੰਚਾਂਗੇ। ਇੱਕ ਬਹੁਤ ਵੱਡੀਆ ਇੱਕ ਮੈਨੂੰ ਕੋਟ ਯਾਦ ਆ ਰਿਹਾ, ਐਟ ਲੀਸਟ ਏਮ ਫॉर द मून ਸੋ ਦੈਟ ਯੂ ਕੈਨ ਰੀਚ ਟੂ ਦੀ ਸਟਾਰਸ। ਹੁਣ ਜੇ ਬੰਦਾ ਸੋਚੂਗਾ ਹੀ ਚਬਾਰੇ ਦਾ ਤਾਂ ਫਿਰ ਉਹ ਕੀ ਹੀ ਕਰੂਗਾ। ਸਹੀ ਗੱਲ ਆ। ਅੱਛਾ, ਪਿਛਲੇ ਦਿਨੀ ਨਾ ਮੈਂ ਸੁਣ ਰਿਹਾ ਸੀ ਜਿਹੜੀਆਂ ਦੂਸਰੀਆਂ ਕੁੜੀਆਂ ਆਪਣੀਆਂ ਮੈਦਾਨ ਦੇ ਵਿੱਚ ਨੇ, ਲਲਕਾਰ ਵੱਲੋਂ ਇੱਕ ਲੜਕੀ ਗੱਲਬਾਤ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਕੁਝ ਪਿੱਠੂ ਕਹਿ ਲਓ ਜਾਂ ਉਹਨਾਂ ਦੇ ਨਾਲ ਵਰਕਰ ਕਹਿ ਲਓ, ਜਾਂ ਉਹਨਾਂ ਨੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਗੁੰਡਾਗਰਦੀ ਦਾ ਅਖਾੜਾ ਬਣਾਤਾ ਜਾਂ ਸਿਆਸੀ ਆਪਦੀ ਰਣ ਭੂਮੀ ਬਣਾ ਲਿਆ ਵੀ ਇੱਥੇ ਤਾਂ ਜਿਵੇਂ ਅਸੀਂ ਚਾਹਾਂਗੇ, ਹੈ ਨਾ। ਔਰ ਉਸ ਦਾ ਇੱਕ ਐਗਜ਼ਾਮਪਲ ਸਾਨੂੰ ਪਿਛਲੇ ਦਿਨਾਂ 'ਚ ਦੇਖਣ ਨੂੰ ਵੀ ਮਿਲਿਆ ਵੀ ਇੱਥੇ ਥੋੜੀਆਂ ਝੜਪਾਂ ਹੋਈਆਂ, ਗੱਲਬਾਤ ਹੋਈ ਆ ਔਰ ਪਰਚੇ ਵੀ ਹੋਏ ਆ, ਹੈ ਨਾ। ਇਸ ਗੱਲ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਵੀ ਜਿਹੜੀ ਬਾਹਰਲੀ ਮੇਨ ਸਟ੍ਰੀਮ ਰਾਜਨੀਤੀ ਆ, ਠੀਕ ਹੈ ਨਾ, ਜਿਹੜੇ ਐਮਐਲਏ ਐਮਪੀ ਹੁਣ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ, ਉਹਨਾਂ ਨੇ ਵਾਕਈ ਇਸ ਨੂੰ ਗੁੰਡਾਗਰਦੀ ਦਾ ਗੜ੍ਹ ਬਣਾਤਾ? ਮੈਂ ਬਿਲਕੁਲ ਸਹਿਮਤ ਹਾਂ। ਸਾਡੀ ਯੂਨੀਵਰਸਿਟੀ ਦੀ ਇੱਕ ਡਿਗਨਿਟੀ ਹੈ, ਠੀਕ ਹੈ, ਇੱਕ ਪੜ੍ਹਨ ਦੀ ਜਗ੍ਹਾ, ਇੱਕ ਐਜੂਕੇਸ਼ਨ ਦੀ ਜਗ੍ਹਾ ਹੈ। ਇਹ ਡਿਗਨਿਟੀ ਨੂੰ ਸਾਡਾ ਕੰਮ ਹੈ, ਸਾਡੇ ਸਟੂਡੈਂਟਸ ਦਾ ਕੰਮ ਹੈ ਕਿ ਉਹਨੂੰ ਮਤਲਬ ਰੱਖਣ, ਸੰਭਾਲ ਕੇ ਰੱਖਣ। ਕਿਉਂਕਿ ਜਦ ਤੁਸੀਂ ਯੂਨੀਵਰਸਿਟੀ ਚੋਂ ਬਾਹਰ ਜਾਂਦੇ ਹੋ ਨਾ ਸੁਸਾਇਟੀ ਦੇ ਵਿੱਚ, ਤਾਂ ਕਿ ਤੁਸੀਂ ਪ੍ਰਾਊਡਲੀ ਕਹਿ ਸਕੋ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਏ ਹਾਂ। ਉੱਥੇ ਤੱਕ ਨਾ ਕਿ ਇਹ ਗੱਲ ਕੀਤੀ ਜਾਵੇ ਕਿ ਤੁਹਾਡੇ ਤਾਂ ਇੱਥੇ ਗੁੰਡਾਗਰਦੀ ਹੁੰਦੀ ਹੈ, ਤੁਸੀਂ ਕਿਹੋ ਜਿਹੀ ਯੂਨੀਵਰਸਿਟੀ ਚੋਂ ਪੜ੍ਹ ਕੇ ਆਏ ਹੋ। ਇਹ ਇੱਕ ਐਜੂਕੇਸ਼ਨਲ ਇੰਸਟੀਟਿਊਟ ਹੈ, ਇਹਨੂੰ ਇੱਕ ਐਜੂਕੇਸ਼ਨਲ ਇੰਸਟੀਟਿਊਟ ਦੀ ਤਰ੍ਹਾਂ ਰੱਖਿਆ ਜਾਵੇ। ਜਿਹੜੇ ਉਸ ਤੋਂ ਇਲਾਵਾ ਸਾਨੂੰ ਇੱਥੇ ਸਾਡੀ ਯੂਨੀਵਰਸਿਟੀ ਸਾਨੂੰ ਓਪਰਚੁਨਿਟੀਜ਼ ਪ੍ਰੋਵਾਈਡ ਕਰ ਰਹੀਆਂ ਨੇ, ਉਹਨੂੰ ਇੱਕ ਬੜੇ ਹੀ ਸਹਿਜ ਤਰੀਕੇ ਨਾਲ ਸੰਭਲ ਕੇ ਉਹਨੂੰ ਯੂਜ਼ ਕੀਤਾ ਜਾਵੇ, ਯੂਟਿਲਾਈਜ਼ ਕੀਤਾ ਜਾਵੇ। ਇਹ ਮੈਂ ਸਾਰਿਆਂ ਨਾਲ ਦਰਖਾਸਤ ਕਰਦੀ ਹਾਂ ਕਿ ਇਹ ਚੀਜ਼ ਕੀਤੀ ਜਾਣ। ਤੇ ਇਹ ਵੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦੀ ਹਾਂ ਕਿ ਐਟ ਦੀ ਐਂਡ ਆਫ ਦ ਡੇ ਜਿੰਨੀਆਂ ਵੀ ਸਾਡੀਆਂ ਗਵਰਨਮੈਂਟ ਨੇ, ਇਨ ਐਨ ਅਦਰ ਵੇ ਉਹ ਇੱਕ ਡਿਵਾਈਡ ਐਂਡ ਰੂਲ ਦੀ ਚੀਜ਼ਾਂ ਇੱਥੇ ਇੰਟਰੋਡਿਊਸ ਜ਼ਰੂਰ ਕਰ ਰਹੀਆਂ ਨੇ, ਕੋਸ਼ਿਸ਼ ਪੂਰੀਆਂ ਨੇ ਉਹਨਾਂ ਦੀਆਂ ਕਿ ਪਰ ਸਾਨੂੰ ਸਮਝਣਾ ਚਾਹੀਦਾ ਕਿ ਜਿਹੜੀ ਸਾਡੀ ਸਟੂਡੈਂਟ ਆ ਨਾ, ਇਹ ਜੇ ਇਕੱਠੇ ਰਲ ਕੇ ਚੱਲਣ ਤਾਂ ਸਾਡੀ ਜਿਹੜੀ ਜਵਾਨ ਪੀੜ੍ਹੀ ਹੈ, ਐਟ ਦੀ ਐਂਡ ਆਫ ਦ ਡੇ ਅਸੀਂ ਆਪਣੇ ਨੇਸ਼ਨ 'ਚ ਬਾਹਰ ਨਿਕਲਣਾ, ਅਸੀਂ ਉਹਨਾਂ ਲਈ ਕੰਮ ਕਰਨਾ ਹੈ। ਇੰਝ ਕਿਉਂ ਹੁੰਦਾ ਕਿ ਸਾਡੇ ਇੱਥੋਂ ਦੀ ਨਿਕਲੇ ਲੋਕ, ਇੰਡੀਅਨ ਬੱਚੇ ਹੀ ਉੱਥੇ ਜਾ ਕੇ ਕੀ ਕਹਿੰਦੇ ਨੇ, ਦੂਜੇ ਦੇਸ਼ਾਂ ਲਈ ਕੰਮ ਕਰ ਰਹੇ ਨੇ। ਕਿਉਂ ਕੰਮ ਕਰ ਰਹੇ ਨੇ, ਹੈ ਨਾ? ਕਿਉਂਕਿ ਇੱਥੇ ਇਹਨਾਂ ਨੂੰ ਇੱਕ ਰਿਸਪੈਕਟ ਨਹੀਂ ਮਿਲਦੀ, ਉਹਨਾਂ ਨੂੰ ਜੱਜ ਕੀਤਾ ਜਾਂਦਾ। ਇਸੇ ਪਾਸੇ ਆ ਰਿਹਾ ਸੀ ਕਿ ਹੁਣ ਤੁਸੀਂ ਮੈਦਾਨ ਚੋਂ ਕਿਹੜੇ ਮੁੱਦੇ ਲੈ ਕੇ ਤੁਸੀਂ ਉਤਰੇ ਹੋ, ਕਿਹੜੇ ਮੇਨ ਇਸ਼ੂਜ਼ ਨੇ ਯੂਨੀਵਰਸਿਟੀ ਦੇ ਹੋਣ ਭਾਵੇਂ ਉਹ ਕੁੜੀਆਂ ਦੇ ਹੋਣ। ਕੁੜੀਆਂ ਦੇ ਚਲੋ ਥੋੜਾ ਡਿਫਰੈਂਟ ਹੁੰਦੇ ਆ, ਸੇਫਟੀ ਸਿਕਿਉਰਿਟੀ ਹੋਸਟਲ ਦੇ, ਹੈ ਨਾ, ਪਰ ਜਿਹੜੇ ਕਾਮਨ ਸਟੂਡੈਂਟਸ ਹੁੰਦੇ ਆ, ਮੁੰਡੇ ਕੁੜੀਆਂ ਹੋਣ, ਸਟੂਡੈਂਟਸ ਦੇ
ਕਾਮਨ ਹੁੰਦੇ ਨੇ, ਹਾਂਜੀ। ਕਿਹੜੇ ਮੇਨ ਮੁੱਦੇ ਨੇ ਜੋ ਤੁਹਾਡੇ ਨੋਟਸ ਦੇ ਵਿੱਚ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਡਿਪਾਰਟਮੈਂਟ ਦੀ ਆਪ ਦੀ ਹੀ ਗੱਲ ਕਰਾਂਗੀ। ਮੇਰੇ ਡਿਪਾਰਟਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਮੇਜਰ ਮੁੱਦਾ ਆਉਂਦਾ ਹੈ ਸਾਡੇ ਸਟਾਈਪੈਂਡ ਦਾ। ਠੀਕ ਹੈ, ਸਾਨੂੰ ਸਟਾਈਪੈਂਡ ਸਿਰਫ 9000 ਮਿਲਦਾ ਹੈ। ਜਿਹੜੇ ਸਾਡੇ BDS ਦੇ ਬੱਚੇ ਨੇ, ਇੰਟਰਨਸ, ਤੁਸੀਂ ਆਪ ਲਾ ਲਓ, ਮਤਲਬ ਦਿਨ ਦੀ ਦਿਹਾੜੀ 300। ਉਹਨੇ ਤਾਂ ਜਿਹੜੇ ਜੁੱਤੇ ਪੋਲਿਸ਼ ਕਰਨ ਵਾਲੇ ਨੇ ਉਹ ਵੀ ਮਿਲਦੇ ਨੇ। ਜਾਂ ਤਾਂ ਐ ਹੋਵੇ ਕਿ ਬਾਕੀ ਸਾਰੇ ਪਾਸੇ ਇੰਡੀਆ ਦੇ ਵਿੱਚ ਜਿਹੜੀ ਸਟਾਈਪੈਂਡ ਹੈ ਉਹ ਇੰਨੀ ਹੀ ਹੈ, ਪਰ ਐਡਾ ਤਾਂ ਕੋਈ ਸੀ ਨਹੀਂ ਨਾ। ਤੁਸੀਂ ਜੇ GMC ਜਾਓਗੇ ਉੱਥੇ ਵੀ ਸਟਾਈਪੈਂਡ 18,000 ਤੱਕ ਐਟਲੀਸਟ ਹੈਗਾ। ਪੰਜਾਬ ਦੇ ਜਿਹੜੇ ਆਪਾਂ ਕਾਲਜਸ ਦੇਖਾਂਗੇ ਉੱਥੇ ਵੀ ਇੰਨੀ ਹੈਗੀ ਹੈ ਸਟਾਈਪੈਂਡ। ਤਾਂ ਐਟਲੀਸਟ ਅਸੀਂ ਉਹਨਾਂ ਦਾ ਸਟਾਈਪੈਂਡ ਇਨਕਰੀਜ਼ ਕਰ ਸਕੀਏ ਤਾਂ ਕਿ ਬੱਚਿਆਂ ਦੇ ਅੰਦਰ ਵੀ ਇੱਕ ਪ੍ਰੇਰਨਾ ਆਵੇ ਕਿ ਹਾਂ, ਸਾਨੂੰ ਇੰਨਾ ਸਟਾਈਪੈਂਡ ਮਿਲ ਰਿਹਾ, ਅਸੀਂ ਹੋਰ ਕੰਮ ਕਰਨਾ ਹੈ। ਜਦੋਂ ਬੱਚਿਆਂ ਦੇ ਅੰਦਰ ਉਹ ਪ੍ਰੇਰਨਾ ਹੋਊਗੀ ਕਿ ਹਾਂ, ਸਾਨੂੰ ਉਹ ਚੀਜ਼ ਮਿਲ ਰਹੀ ਹੈ, ਉਹ ਹੋਰ ਅੱਗੇ ਆਪਣਾ ਐਕਸਪਲੋਰ ਕਰਨਾ ਚਾਹੋਗੇ, ਉਹ ਹੋਰ ਮਿਹਨਤ ਕਰਨਾ ਚਾਹਣਗੇ। ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ, ਇਸ ਸਾਲ ਦੀ ਹੀ ਗੱਲ ਹੈ ਕਿ ਸਾਡੇ ਡਿਪਾਰਟਮੈਂਟ ਦੇ ਵਿੱਚੋਂ ਦੀ ਐਟਲੀਸਟ 3 ਬੱਚੇ ਟੌਪ 20 ਦੇ ਵਿੱਚ ਆਏ ਨੇ ਨੀਟ PG ਦੇ ਵਿੱਚ। ਕੀ ਬਾਤ ਹੈ। ਤਾਂ ਹੁਣ ਤੁਸੀਂ ਆਪ ਦੇਖ ਲਓ ਕਿ ਮਤਲਬ ਇਹ ਨਹੀਂ ਹੈ ਕਿ ਸਾਡੇ ਇੱਥੇ ਬੱਚੇ ਪੜ੍ਹਦੇ ਨਹੀਂ ਹੈ, ਉਹ ਆਪ ਅੱਗੇ ਆਉਣਾ ਚਾਹੁੰਦੇ ਨੇ, ਉਹ ਕਰਨਾ ਚਾਹੁੰਦੇ ਨੇ ਕੰਮ, ਪਰ ਉਹਨਾਂ ਨੂੰ ਇੱਕ ਪ੍ਰੇਰਨਾ ਦਿਓ ਤਾਂ ਕਿ ਐਟਲੀਸਟ ਉਹਨਾਂ ਦੀ ਸਟਾਈਪੈਂਡ ਇਨਕਰੀਜ਼ ਹੋਵੇ। ਦੂਜੀ ਗੱਲ, ਜਿਹੜਾ ਇੱਕ ਹੈਗਾ ਪਲੇਸਮੈਂਟ ਸੈੱਲ ਦਾ, ਪਲੇਸਮੈਂਟ ਸੈੱਲ ਇੱਥੇ ਬਹੁਤ ਲਿਮਿਟਿਡ ਸਕੋਪ ਪ੍ਰੋਵਾਈਡ ਕਰ ਰਿਹਾ। ਜਿਵੇਂ ਆਪਾਂ UIT ਦੇ ਵਿੱਚ ਵੀ ਗੱਲਬਾਤ ਕਰੀਏ, ਹੈ ਨਾ, ਜ਼ੂਓਲੋਜੀ ਵਰਗੇ ਇੱਥੇ ਡਿਪਾਰਟਮੈਂਟਸ ਨੇ, ਇੱਕ ਬਹੁਤ ਹੀ ਲਿਮਿਟਿਡ ਸਕੋਪ ਹੈ, ਉਹਨੂੰ ਬਹੁਤ ਇਨਕਰੀਜ਼ ਕਰਨਾ ਚਾਹੀਦਾ ਹੈ। ਸਾਨੂੰ ਕੋਲੈਬੋਰੇਸ਼ਨ ਕਰਨੀ ਚਾਹੀਦੀ ਹੈ। ਜਿਹੜੇ ਜਿੱਥੇ ਬਹੁਤ ਵੱਡੇ ਮੈਦਾਨ ਤੇ ਪਲੇਸਮੈਂਟਸ ਹੁੰਦੀਆਂ ਨੇ ਤੇ ਚੰਗੀਆਂ ਕੰਪਨੀਆਂ ਆਉਂਦੀਆਂ ਨੇ, ਬਹੁਤ ਜ਼ਿਆਦਾ ਚੰਗਾ ਇੰਪਲੋਇਮੈਂਟ, ਮਤਲਬ ਉਹ ਦਿੱਤਾ, ਪੈਕੇਜ ਵੀ ਵਧੀਆ ਦਿੱਤਾ ਜਾਂਦਾ ਹੈ, ਜਿਵੇਂ UBS ਹੋ ਗਿਆ, UIPS ਹੋ ਗਿਆ। ਕਿਉਂਕਿ ਐਟ ਦੀ ਐਂਡ ਆਫ ਦ ਡੇ ਗਲੋਬਲਾਈਜੇਸ਼ਨ ਹੈ ਇੱਥੇ ਹਰ ਚੀਜ਼ ਇੱਕ ਦੂਜੇ ਨਾਲ ਲਿੰਕਡ ਹੈ। ਬਿਲਕੁਲ, ਹਰ ਪ੍ਰੋਫੈਸ਼ਨ ਇੱਕ ਦੂਜੇ ਨਾਲ ਲਿੰਕ ਹੈ। ਅਸੀਂ ਇਹ ਨਹੀਂ ਕਹਿ ਸਕਦੇ ਲਾਅ ਵਾਲੇ ਸਾਇੰਸ ਨਾਲ ਲਿੰਕ ਨਹੀਂ ਹੈ, ਸਾਇੰਸ ਵਾਲੇ ਲਾਅ ਵਾਲੇ ਨਾਲ ਲਿੰਕ ਨਹੀਂ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦੀ ਹਾਂ, ਸ਼ਾਇਦ ਇਹ ਪਤਾ ਹੋਵੇ ਲੋਕਾਂ ਨੂੰ ਜਾਂ ਨਹੀਂ, ਜ਼ੂਓਲੋਜੀ ਹੈ, ਜਿਵੇਂ ਜ਼ੂਓਲੋਜੀ ਦੇ ਵਿੱਚ ਨਾ ਇੱਕ ਪਰਟੀਕੂਲਰ ਸਬਜੈਕਟ ਆਉਂਦਾ ਵਾਈਲਡ ਲਾਈਫ ਬਾਰੇ, ਉਹ ਬੱਚੇ ਪੜ੍ਹਦੇ ਨੇ। ਤਾਂ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਜ਼ੂਓਲੋਜੀ ਕਰ ਰਹੇ ਹੋ ਤਾਂ ਤੁਸੀਂ ਸਿਰਫ ਟੀਚਿੰਗ 'ਚ ਹੀ ਜਾਣਾ ਹੈ, ਤੁਸੀਂ ਵਾਈਲਡ ਲਾਈਫ ਦੇ ਵਿੱਚ ਵੀ ਅੱਗੇ ਕੰਮ ਕਰ ਸਕਦੇ ਹੋ। ਤੇ ਇਹ ਚੀਜ਼ਾਂ ਉਦੋਂ ਹੀ ਸਮਝ ਆਉਣਗੀਆਂ ਜਦੋਂ ਉਹਨਾਂ ਨੂੰ ਇੱਕ ਐਕਸਪੋਜ਼ਰ ਮਿਲੇ, ਠੀਕ ਹੈ, ਤੇ ਉਹ ਅੱਗੇ ਜਾ ਸਕਣ। ਤੇ ਤੀਜੀ ਗੱਲ, ਸਾਡੇ ਇੱਥੇ ਰਿਸਰਚ ਸਕਾਲਰਸ ਦੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ, ਕਿ ਉਹਨਾਂ ਦੇ ਗ੍ਰੀਵੈਂਸ ਸੈੱਲ ਜ਼ਰੂਰ ਬਣਾਉਣਾ ਚਾਹੀਦਾ ਹੈ। ਚੌਥੀ ਜਿਹੜੀ ਮੈਨੂੰ ਲੱਗਦਾ ਹੈ ਕਿ PU ਦੇ ਵਿੱਚ ਸਟੈਂਡਰਡਾਈਜੇਸ਼ਨ ਆਫ ਫੂਡ, ਕਿਉਂਕਿ ਮੈਂ ਇੱਕ ਆਪ ਸਾਇੰਸ ਬੈਕਗਰਾਉਂਡ ਤੋਂ, ਮੈਂ ਡੈਂਟਲ ਡਿਪਾਰਟਮੈਂਟ ਤੋਂ, ਤਾਂ ਮੈਨੂੰ ਪਤਾ ਹੈ ਕਿ ਜਿਹੜੇ ਹੈਲਥ ਇਸ਼ੂਜ਼ ਨੇ ਐਟ ਦੀ ਐਂਡ ਆਫ ਦ ਡੇ ਉਹ ਸਾਡੇ ਫੂਡ ਨਾਲ ਲਿੰਕ ਹੁੰਦੇ ਨੇ। ਤੇ ਸਾਡੀ ਸੈਨੀਟੇਸ਼ਨ, ਮੈਂ ਕੁੜੀਆਂ ਨੂੰ ਇੱਕ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਸੈਨੀਟੇਸ਼ਨ ਦੀ। ਸੋ ਉਹਦੇ ਲਈ ਅਸੀਂ ਮੈਨੀਫੈਸਟੋ ਦੇ ਵਿੱਚ ਵੀ ਇਸ ਚੀਜ਼ ਇਨਸ਼ੋਰ ਕੀਤੀ ਹੈ ਕਿ ਅਸੀਂ ਸੈਨੀਟਰੀ ਨੈਪਕਿਨਸ ਇੰਟਰੋਡਿਊਸ ਕਰਾਉਣਾ ਚਾਹੁੰਦੇ ਹਾਂ। ਤੇ ਉਸ ਤੋਂ ਇਲਾਵਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੇ ਸਾਡੇ ਜਰਨਲਸ ਨੇ, ਸਾਡੀ ਰੀਡਿੰਗ ਕਪੈਸਿਟੀ ਉਹਦੇ ਬਾਰੇ, ਤੇ ਫਿਜ਼ੀਕਲੀ ਡਿਸੇਬਲਡ ਲੋਕਾਂ ਬਾਰੇ ਵੀ ਮੈਂ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਬਾਰੇ ਅਸੀਂ ਬਹੁਤ ਘੱਟ ਗੱਲਬਾਤ ਕਰਦੇ ਹਾਂ। ਅਸੀਂ ਪਿਛਲੇ ਸਾਲ ਵੀ ਜਿਹੜੇ ਬਲਾਈਂਡ ਜਿਹੜੇ ਸਟੂਡੈਂਟਸ ਸੀ ਉਹਨਾਂ ਲਈ ਅਸੀਂ ਪ੍ਰੋਟੈਸਟ ਕੀਤਾ ਸੀਗਾ, ਤੇ ਸਾਥ ਨੇ ਐਕਟਿਵਲੀ ਉਸ 'ਚ ਪਾਰਟਿਸਿਪੇਟ ਕੀਤਾ ਸੀ, ਕਿਉਂਕਿ ਉਹਨਾਂ ਦੇ ਜਿਹੜੇ ਇੱਕ ਪ੍ਰੋਪਰ ਉਹਨਾਂ ਨੂੰ ਇਕਵਿਪਮੈਂਟਸ ਚਾਹੀਦੇ ਹੁੰਦੇ ਨੇ ਆਪਣੇ ਆਪ ਨੂੰ ਕੈਰੀ ਆਊਟ ਕਰਨ ਲਈ, ਉਹ ਉਹਨਾਂ ਨੂੰ ਲੈਕ ਕਰ ਰਹੇ ਨੇ। ਤੇ ਈਵਨ ਲਾਇਬ੍ਰੇਰੀ ਦੇ ਵਿੱਚ ਵੀ ਜਿਸ ਤਰੀਕੇ ਦੀ ਉਹਨਾਂ ਨੂੰ ਜਰਨਲਸ ਚਾਹੀਦੀਆਂ ਹੁੰਦੀਆਂ ਨੇ, ਉਹ ਨਹੀਂ ਦਿੱਤੀਆਂ ਜਾ ਰਹੀਆਂ, ਤਾਂ ਉਸ ਉੱਤੇ ਵੀ ਗੱਲ ਕਰਨੀ। ਸੋ ਅਖੀਰ ਦੇ ਵਿੱਚ, ਹੈ ਨਾ, ਤੁਸੀਂ ਜਾਂਦੇ ਹੋ ਕੈਂਪੇਨ ਲਈ, ਕਲਾਸਿਸ ਦੇ ਵਿੱਚ ਜਾਂਦੇ ਹੋ, ਹੋਸਟਲ ਦੇ ਵਿੱਚ ਜਾਂਦੇ ਹੋ, ਜੋ ਓਪਨਲੀ ਕੰਟੀਨਾਂ ਦੇ ਵਿੱਚ ਜਾਂਦੇ ਹੋ, ਕਿਹੋ ਜਿਹਾ ਹੁੰਗਾਰਾ ਮਿਲਦਾ ਤੁਹਾਨੂੰ? ਦੇਖੋ, ਹਾਲੇ ਤੱਕ ਤਾਂ ਮੈਨੂੰ ਲੱਗ ਰਿਹਾ ਕਿ ਬੱਚੇ ਬਹੁਤ ਪ੍ਰੇਰਨਾ ਨਾਲ ਸੁਣਦੇ ਨੇ, ਬਲਕਿ ਖੁਸ਼ ਹੁੰਦੇ ਨੇ। ਸਪੈਸੀਫਿਕਲੀ ਕੁੜੀਆਂ ਖੁਸ਼ ਹੁੰਦੀਆਂ ਨੇ ਜਦੋਂ ਇੱਕ ਕੁੜੀ ਆਪ ਆ ਕੇ ਗੱਲਬਾਤ ਕਰਦੀ ਹੈ। ਤੇ ਸਭ ਤੋਂ ਜ਼ਿਆਦਾ, ਕਿਉਂਕਿ ਮੈਨੂੰ ਐਂ ਲੱਗਦਾ ਜਿਹੜੇ ਬੱਚੇ ਕਲਾਸਾਂ 'ਚ ਹੁੰਦੇ ਨੇ ਨਾ, ਉਹ ਹੁੰਦੇ ਨੇ ਕਿ ਆਪਾਂ ਪੜ੍ਹਨਾ ਹੈ, ਤਾਂ ਉਹ ਇਸੇ ਚੀਜ਼ 'ਚ ਖੁਸ਼ ਹੁੰਦੇ ਨੇ ਕਿ ਹਾਂ, ਇੱਕ ਕੁੜੀ ਜਿਹੜੀ ਆਪ ਫਸਟ ਈਅਰ ਦੇ ਵਿੱਚ, ਜਿਵੇਂ ਮੈਂ ਟੌਪਰ ਰਹਿ ਚੁੱਕੀ ਹਾਂ, ਤਾਂ ਜਦੋਂ ਮੈਂ ਉਹਨਾਂ ਨੂੰ ਦੱਸਦੀ ਹਾਂ ਤਾਂ ਉਹਨਾਂ ਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਹਾਂ, ਕੋਈ ਬੰਦਾ ਉਹ ਆਇਆ, ਇੱਕ ਜੈਨੂਇਨ ਬੰਦਾ ਆਇਆ, ਨਾ ਕਿ ਜਿਵੇਂ ਡਿਫਰੈਂਟ ਆਰਗੇਨਾਈਜੇਸ਼ਨਸ ਜਿਵੇਂ ਕੀ ਕਰਦੀਆਂ ਨੇ, 1-2 ਦਿਨ ਪਹਿਲਾਂ ਕਿਸੇ ਸਰਟੀਫਿਕੇਟ ਕੋਰਸ ਦੇ ਵਿੱਚ ਐਡਮਿਸ਼ਨ ਲੈ ਲੈਣ 6 ਮਹੀਨੇ 1 ਸਾਲ ਲਈ, ਤੇ ਉਸ ਤੋਂ ਬਾਅਦ ਉਹ ਦਿਖਦੀਆਂ ਨਹੀਂ। ਮੈਂ ਆਪ ਸੈਕਿੰਡ ਈਅਰ 'ਚ ਹਾਂ, ਹਲੇ 3 ਸਾਲ ਮੈਂ ਇੱਥੇ ਹਾਂ, ਮੇਰੀ ਆਪ ਦੀ ਡਿਗਰੀ 5 ਸਾਲ ਦੀ ਹੈ, ਤਾਂ ਤੁਹਾਨੂੰ ਮੈਂ ਇੱਥੇ ਦਿਖਾਂਗੀ, ਮੈਂ ਇੱਕ ਜੈਨੂਇਨ ਸਟੂਡੈਂਟ ਹਾਂ, ਤੇ ਮੈਂ ਲੋਕਾਂ ਲਈ ਕਰਨਾ ਚਾਹੁੰਦੀ ਹਾਂ। ਸਭ ਇਹ ਇੱਕ ਬਹੁਤ ਵਧੀਆ ਅਪਰੋਚ ਜੀ। ਰਮਨੀਕ, ਸਾਡੇ ਵੱਲੋਂ ਬਹੁਤ ਸ਼ੁਭ ਕਾਮਨਾਵਾਂ ਤੇ ਦੁਆਵਾਂ ਤੁਹਾਡੇ ਲਈ। ਇਨਸ਼ਾਅੱਲਾ ਤੁਹਾਡੀ ਜਿੱਤ ਪ੍ਰਾਪਤ ਹੋਵੇ ਤੁਹਾਨੂੰ, ਹੈ ਨਾ, ਔਰ ਯੂਨੀਵਰਸਿਟੀ ਲਈ ਔਰ ਸਟੂਡੈਂਟਸ ਲਈ ਜੋ ਤੁਹਾਡੇ ਏਜੰਡੇ ਨੇ, ਜੋ ਤੁਹਾਡੀਆਂ ਇੱਛਾਵਾਂ ਨੇ, ਉਹ ਤੁਹਾਨੂੰ ਪੂਰਾ ਕਰਨ ਦਾ ਮੌਕਾ ਮਿਲੇ ਔਰ ਇੱਥੋਂ ਤੁਸੀਂ ਇੱਕ ਕੁਝ ਵੱਡਾ ਪ੍ਰਾਪਤ ਕਰਕੇ ਜਾਓ। ਦੋਸਤੋ, ਰਣਮੀਕ ਕੌਰ ਯੂਨੀਵਰਸਿਟੀ ਦੇ ਰਣ ਦੇ ਵਿੱਚ ਆਏ ਨੇ,
ਉਸ ਰਾਜਨੀਤੀ ਦੇ ਵਿੱਚ ਜਿਨ੍ਹਾਂ ਨੂੰ ਕਹੀ ਜਾਂਦੀ ਹੈ ਕਿ ਤਾਂ ਕਾਕਾਸ਼ਾਹੀ ਲੋਕਾਂ ਦੀ ਰਾਜਨੀਤੀ ਆ, ਤੇ ਉਹਨਾਂ ਕਾਕਾਸ਼ਾਹੀ ਰਾਜਨੀਤੀਦਾਨ ਜਿਹੜੇ ਹੈਗੇ ਨੇ ਵਾਰਸ ਕਹਾਉਂਦੇ ਨੇ, ਤੇ ਉਹਨਾਂ ਨਾਲ ਨੰਗੇ ਧੜ ਮੈਦਾਨ ਦੇ ਵਿੱਚ ਆਡਾ ਲੈਣ ਲਈ ਇਹ ਖੜੇ ਨੇ। ਬਹੁਤ ਛੋਟੀ ਉਮਰ ਆ, 19 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀ ਇੱਕ ਇਹਨਾਂ ਦੀ ਪ੍ਰਾਪਤੀ ਆ ਕਿ ਚੋਣਾਂ ਦੇ ਵਿੱਚ ਆਏ ਨੇ, ਤੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਸੋਹਣੀਆਂ ਗੱਲਾਂ ਖੁੱਲ੍ਹ ਕੇ ਯੂਨੀਵਰਸਿਟੀ ਨਾਲ ਰਿਲੇਟਡ ਔਰ ਰਾਜਨੀਤੀ ਨਾਲ ਰਿਲੇਟਡ ਆਪਣੇ ਆਪ ਦੇ ਵਿੱਚ ਖੁਸ਼ੀ ਹੁੰਦੀ ਆ ਕਿ ਵਾਕਈ ਸਾਡੀਆਂ ਸੰਸਥਾਵਾਂ ਇੱਥੋਂ ਲੀਡਰ ਪੈਦਾ ਕਰ ਰਹੀਆਂ ਨੇ। ਤੇ ਰਜੇ, ਤੇਰੇ ਤੋਂ ਸਾਨੂੰ ਵੱਡੀਆਂ ਉਮੀਦਾਂ ਨੇ ਮੇਨ ਸਟ੍ਰੀਮ ਪੋਲੀਟਿਕਸ ਲਈ ਵੀ, ਠੀਕ ਹੈ ਨਾ। ਇੰਸ਼ਾਅੱਲਾ ਤੁਸੀਂ ਸੇਵਾ ਕਰੋ, ਹੈ ਨਾ। ਸੋ ਦੋਸਤੋ, ਸਾਡੀਆਂ ਦੁਆਵਾਂ ਇਹਨਾਂ ਦੇ ਨਾਲ ਨੇ, ਤੇ ਅੱਗੇ ਵੀ ਭਵਿੱਖ ਦੇ ਵਿੱਚ ਇਸ ਤਰ੍ਹਾਂ ਹੀ ਹੋਰ ਜਿਹੜੀਆਂ ਕੁੜੀਆਂ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਤੁਹਾਨੂੰ ਦਿਖਾਉਂਦੇ ਰਹਾਂਗੇ। ਜੁੜੇ ਰਹੋ ਔਨ ਪੁਆਇੰਟ ਦੇ ਨਾਲ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੈਮਰਾਮੈਨ ਪਵਨ ਗਾਲਬ ਦੇ ਨਾਲ ਮੈਂ ਹਰਜਿੰਦਰ ਸਿੱਧੂ।